ਤੇ ਉਹਦੇ ਲਈ ਸੁਖਵਿੰਦਰ ਅੰਮ੍ਰਿਤ ਨੂੰ ਅਸੀਂ ਇਸ ਲਈ ਚੁਣਿਆ ਸੀਗਾ ਕਿਉਂਕਿ ਉਹ ਜਿਹੜੇ ਆਮ ਜਿਹੜਾ ਜਿਨ੍ਹਾਂ ਨੇ ਕਦੇ ਸਾਹਿਤ ਨਹੀਂ ਪੜ੍ਹਿਆ ਉਹਨਾਂ ਦੀ ਜਿਹੜੀ ਸ਼ਾਇਰੀ ਹੈਗੀ ਆ ਉਹ ਉਹਨਾਂ ਨੂੰ ਵੀ ਪਸੰਦ ਆਉਂਦੀ ਹੈਗੀ ਆ। ਉਦੋਂ ਮੈਂ ਜਦੋਂ ਪੜ੍ਹਦਾ ਸੀ ਲੇਖਕਾਂ ਨੂੰ ਤਾਂ ਮੈਂ ਸਮਝਦਾ ਸੀ ਵੀ ਇਹ ਬੜੇ ਮਹਾਨ ਹੁੰਦੇ ਆ, ਇਹਨਾਂ ਦਾ ਜਾਣੀ ਉਹਦੇ ਕਹਿਣ ਵਾਂਗੂ ਚਰਨਾਂ ਦੀ ਧੂੜ ਮੱਥੇ ਲਾਉਣ ਨੂੰ ਇੱਦਾਂ ਦਾ ਸੋਚ ਸੀਗੀ ਮੇਰੀ। ਇੱਕ ਵਾਰ ਮੈਂ ਤੁਹਾਨੂੰ ਦੱਸਦਾ, ਅਸੀਂ ਬੈਠੇ, ਮੇਰਾ ਇੱਕ ਦੋਸਤ ਬੈਠਾ ਬਾਹਰ, ਇੱਕ ਪੱਥਰ ਜਿਹਾ ਸੀਗਾ ਉਹਦੇ 'ਤੇ ਬੈਠੇ ਹਾਂ ਅਸੀਂ ਦੋਵੇਂ, ਅਤੇ ਮੇਰੀ ਮਾਂ ਆ ਕੇ ਕਹਿੰਦੀ ਵੀ ਤੈਨੂੰ ਇੱਕਣ ਵੀ ਰੋਟੀ ਮਿਲ ਜੂਗੀ ਜਦੋਂ ਇੱਕਣ ਬੈਠਾ ਰਹੇਗਾ। ਅਤੇ ਅਸੀਂ ਹੱਸਣ ਲੱਗ ਗਿਆ। ਮੈਂ ਕਿਹਾ ਜਦ ਕਹਿੰਦੇ ਆ ਵੀ ਕੀੜੇ ਨੂੰ ਪੱਥਰ ਦੇ ਵਿੱਚ ਦਿੰਦਾ ਸੀ ਤੇ ਪੱਥਰ ਦੇ ਬਾਹਰ ਬੈਠੇ ਹੈਗੇ ਆ। ਇਹਦੇ ਬਾਰੇ ਕਿਉਂਕਿ ਮੈਂ ਜਿਹੜੇ ਬਾਹਰ ਨੂੰ ਜਾਂਦੇ ਆ ਉਹਨਾਂ ਬਾਰੇ ਲਿਖਣਾ ਤਾਂ ਚਾਹੁੰਦਾ ਸੀਗਾ ਕਿਉਂਕਿ ਮੇਰਾ ਆਪਦਾ ਭਰਾ ਗਿਆ ਸੀ ਇੱਦਾਂ, ਦਵਿੰਦਰ ਇੱਦਾਂ ਗਿਆ ਸੀ, ਅਤੇ ਮੇਰੇ ਮਾਮੇ ਦਾ ਬੇਟਾ ਗਿਆ ਸੀ, ਮੇਰੀ ਮਾਸੀ ਦਾ ਬੇਟਾ ਇੱਦਾਂ ਗਏ ਸੀ। ਵੀ ਸੋਸ਼ਲ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਰੁਪਿੰਦਰ ਸੰਧੂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਹਿਤਕ ਪ੍ਰੋਗਰਾਮ ਦਸਤਕ ਦੇ ਵਿੱਚ। ਅੱਜ ਜਿਨ੍ਹਾਂ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਹਨਾਂ ਦਾ ਨਾਂ ਹੈ ਜਤਿੰਦਰ ਹਾਂਸ। ਮੂਲ ਰੂਪ ਦੇ ਵਿੱਚ ਇੱਕ ਕਹਾਣੀਕਾਰ ਨੇ। ਉਹਨਾਂ ਦਾ ਜਨਮ ਪਿੰਡ ਅਲੂਣਾ ਤੋਲਾ ਵਿਖੇ ਪਿਤਾ ਸਰਦਾਰ ਲਾਭ ਸਿੰਘ ਅਤੇ ਮਾਤਾ ਰਣਜੀਤ ਕੌਰ ਹੁਣਾਂ ਦੇ ਘਰ ਹੋਇਆ। ਆਪਣੀ ਸ਼ੁਰੂਆਤੀ ਪੜ੍ਹਾਈ ਉਹਨਾਂ ਨੇ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਉਸ ਤੋਂ ਬਾਅਦ ਗ੍ਰੈਜੂਏਸ਼ਨ AS ਕਾਲਜ ਖੰਨਾ ਅਤੇ ਪੋਸਟ ਗ੍ਰੈਜੂਏਸ਼ਨ ਪੱਤਰ ਵਿਹਾਰ ਰਾਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਇੱਥੇ ਹੀ ਉਹਨਾਂ ਨੂੰ ਕਹਾਣੀਆਂ ਪੜ੍ਹਨ ਅਤੇ ਲਿਖਣ ਦੀ ਚੇਟਕ ਲੱਗੀ। ਗੱਲਬਾਤ ਕਰਾਂਗੇ ਜਤਿੰਦਰ ਹਾਂਸ ਹੋਣਾ ਨਾਲ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸੋਸ਼ਲ ਦੇ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਕੁਝ ਕੁ ਗੱਲਾਂ ਪਹਿਲਾਂ ਮੈਂ ਤੁਹਾਡੀ ਸ਼ਖਸੀਅਤ ਬਾਰੇ ਕਰੂੰਗੀ ਜਿਹੜੀਆਂ ਮੈਨੂੰ ਸੁਣਨ 'ਚ ਬਹੁਤ ਹੀ ਅਜੀਬ ਲੱਗੀਆਂ। ਤੁਹਾਡੇ ਇੱਕ ਦੋਸਤ ਕਹਿੰਦੇ ਨੇ ਕਿ ਜਤਿੰਦਰ ਹਾਂਸ ਬਹੁਤ ਜ਼ਿਆਦਾ ਸ਼ਰਮੀਲੇ ਸੁਭਾਅ ਦੇ ਨੇ। ਉਹ ਜਦੋਂ ਮੈਂ ਜਿੰਨੀ ਵਾਰ ਵੀ ਤੁਹਾਨੂੰ ਮਿਲੀ ਹਾਂ, ਮੈਨੂੰ ਤੁਹਾਨੂੰ ਮਿਲਣ ਤੋਂ ਬਾਅਦ ਖੁਦ ਵੀ ਇਹ ਚੀਜ਼ ਮਹਿਸੂਸ ਹੋਈ। ਪਰ ਕੁਝ ਕੁ ਗੱਲਾਂ ਨੇ ਜਿਹੜੀਆਂ ਬੜੀਆਂ ਹੀ ਅਜੀਬ ਨੇ। ਕਹਿੰਦੇ ਵੀ ਜਤਿੰਦਰ ਹਾਂਸ ਕਦੇ ਵੀ ਬੂਟ ਪਾ ਕੇ ਨਹੀਂ ਬੈਠ ਸਕਦੇ। ਕਾਰ ਵੀ ਚਲਾਉਂਦੇ ਆ ਤਾਂ ਉਹ ਬੂਟ ਉਤਾਰ ਕੇ ਨੰਗੇ ਪੈਰੀ ਕਾਰ ਚਲਾਉਂਦੇ ਨੇ, ਹੈ ਨਾ। ਅਤੇ ਫੋਨ ਹੈ ਜਿਹੜਾ ਉਹ 1 ਮਿੰਟ ਤੋਂ ਵੱਧ ਨਹੀਂ ਸੁਣਦੇ। ਪਰ ਕਹਿੰਦੇ ਵੀ ਜਦੋਂ ਕਿਸੇ ਔਰਤ ਪ੍ਰਸ਼ੰਸਕ ਦਾ ਫੋਨ ਆਉਂਦਾ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਕਿਉਂਕਿ ਉਹ ਅਕਸਰ ਹੀ ਉੱਠ ਕੇ ਗਰਾਊਂਡ ਵੱਲ ਚਲੇ ਜਾਂਦੇ ਨੇ, ਹੈ ਨਾ। ਐਵੇਂ ਦੀ ਅਜੀਬੋ ਗਰੀਬ ਜਿਹੀਆਂ ਗੱਲਾਂ ਮਤਲਬ ਮੈਂ ਪਹਿਲੀ ਵਾਰ ਕਿਸੇ ਬਾਰੇ ਸੁਣੀਆਂ ਨੇ। ਇਹ ਨਾ ਅਸਲ ਦੇ ਵਿੱਚ ਉਹਨਾਂ ਦੀਆਂ ਗੱਲਾਂ ਐ ਬਣਾ ਲੈਂਦੇ ਹੈਗੇ ਆ, ਹੈ ਨਾ। ਅਤੇ ਉਹ ਦੋਸਤ ਹੀ ਨੇ ਜਿਹੜੇ ਇੱਦਾਂ ਦੀਆਂ ਗੱਲਾਂ ਸੋਚਦੇ ਰਹਿੰਦੇ ਆ ਜਾਂ ਕਹਿ ਲਓ ਕਰਦੇ ਆ। ਵੈਸੇ ਜਦੋਂ ਇਹ ਗੱਲ ਸਹੀ ਹੈਗੀ ਆ ਕਿ ਮੈਂ ਜਦੋਂ ਬੈਠਦਾ ਸੀ ਰਿਲੈਕਸ ਹੋ ਕੇ ਜੁੱਤੀ ਲਾ ਕੇ ਬੈਠ ਜਾਈਦਾ ਸੀਗਾ ਕਿਉਂਕਿ ਮੈਨੂੰ ਆਦਤ ਹੈਗੀ ਆ ਇੱਦਾਂ ਬੂਟ ਪਾ ਕੇ ਬੈਠਣ ਦੀ ਆਦਤ ਨਹੀਂ ਸੀਗੀ। ਅਤੇ ਕਿਉਂਕਿ ਫੋਨ ਮੈਨੂੰ ਅਕਸਰ ਹੀ ਪਾਠਕਾਂ ਦੇ ਜਾਂ ਹੋਰ ਰਿਸ਼ਤੇਦਾਰ ਦੋਸਤਾਂ ਦੇ ਆਉਂਦੇ ਸੀਗੇ। ਜਦੋਂ ਕਈ ਵਾਰ ਕਿਸੇ ਰਿਸ਼ਤੇਦਾਰ ਜਾਂ ਦੋਸਤ ਦਾ ਬਾਹਰ ਗਏ ਹੋਏ ਨੇ ਉਹਨਾਂ ਦਾ ਫੋਨ ਆਉਂਦਾ ਸੀਗਾ ਤਾਂ ਉਹ ਦੋਸਤ ਇਹ ਸਮਝ ਲੈਂਦੇ ਸੀ ਵੀ ਸ਼ਾਇਦ ਇਹ ਛੱਤ ਉੱਠ ਕੇ ਪਰੇ ਚਲਿਆ ਗਿਆ, ਕਿਸੇ ਬੀਬੀ ਦਾ ਫੋਨ ਨਾ ਹੋਵੇ ਸ਼ਾਇਦ, ਜਾਂ ਇਹ ਗੱਲ ਵੀ ਹੋ ਸਕਦੀ ਹੈਗੀ ਉਹਨਾਂ ਦੇ ਮਨ 'ਚ। ਵੈਸੇ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਜਿਹੜੀ ਕੰਮ ਦੀ ਗੱਲ ਹੁੰਦੀ ਆ ਜਿੰਨੀ ਕੁ ਅਗਲਾ ਚਾਹੁੰਦਾ ਹੈਗਾ ਉਨੀ ਕੁ ਤਾਂ ਕਰਦਾ ਹੀ ਹੈਗਾ ਫੋਨ 'ਤੇ। ਹਾਂਜੀ। ਬਹੁਤ ਸਾਰੇ ਲੋਕ ਤੁਹਾਡੇ ਪ੍ਰਸ਼ੰਸਕ ਨੇ, ਹੈ ਨਾ। ਜਦੋਂ ਕਿਸੇ ਮੌਕੇ 'ਤੇ ਤੁਹਾਨੂੰ ਮਿਲਣਾ ਹੁੰਦਾ ਤਾਂ ਦੇਖਿਆ ਕਿ ਬਹੁਤ ਜ਼ਿਆਦਾ ਭੀੜ ਆ ਜਿਹੜੀ ਤੁਹਾਡੇ ਆਲੇ ਦੁਆਲੇ ਹੁੰਦੀ ਆ। ਪਰ ਕਹਿੰਦੇ ਵੀ ਤੁਸੀਂ ਸੁਖਵਿੰਦਰ ਅੰਮ੍ਰਿਤ ਹੋਣਾ ਦੇ ਬਹੁਤ ਵੱਡੇ ਪ੍ਰਸ਼ੰਸਕ ਹੋ। ਕਿਤੇ ਲਿਖਿਆ ਪੜ੍ਹਿਆ ਸੀ ਇੱਕ ਆਰਟੀਕਲ ਦੇ ਵਿੱਚ ਵੀ, ਕਹਿੰਦੇ ਇੱਕ ਮੁਸ਼ਾਇਰਾ ਕਰਾਉਣਾ ਸੀ ਅਤੇ ਤੁਹਾਡੀ ਇੱਕ ਸਿਫਾਰਿਸ਼ ਸੀ ਕਿ ਉਹਦੇ ਵਿੱਚ ਇਕੱਲੇ ਸੁਖਵਿੰਦਰ ਅੰਮ੍ਰਿਤ ਜੀ ਆਉਣਗੇ, ਹੈ ਨਾ। ਕਿਉਂਕਿ ਕਹਿੰਦੇ ਤੁਸੀਂ ਉਹਨਾਂ ਨੂੰ ਬਹੁਤ ਸਟਾਰ ਕਵਿੱਤਰੀ ਮੰਨਦੇ ਹੋ। ਨਹੀਂ, ਉਹ ਨਾ ਸੀਗਾ ਮੁਸ਼ਾਇਰਾ ਨਹੀਂ ਸੀਗਾ। ਹਾਂਜੀ। ਉਹ 'ਚ ਤਾਂ ਫਿਰ ਕਾਫੀ ਆਉਂਦੇ ਪਰ ਉਹ ਸੀਗਾ ਰੂਬਰੂ। ਅੱਛਾ। ਅਤੇ ਅਸਲ ਦੇ ਵਿੱਚ ਅਧਿਆਪਕਾਂ ਲਈ ਕਰਾਉਣਾ ਸੀ ਅਸੀਂ। ਅਧਿਆਪਕਾਂ ਨੂੰ ਕਿਉਂਕਿ ਜਿਹੜੇ ਲੇਖਕਾਂ ਲਈ ਕਰਾਉਂਦੇ ਹੈਗੇ ਆ ਉਹਦੇ ਵਿੱਚ ਤਾਂ ਅਸੀਂ ਕਾਫੀ ਲੇਖਕ ਸੱਦ ਲੈਂਦੇ ਹੈਗੇ ਆ। ਪਰ ਕਿਉਂਕਿ ਅਧਿਆਪਕਾਂ ਨੂੰ ਜੋੜਨਾ ਚਾਹੁੰਦੇ ਸੀ ਸਾਹਿਤ ਨਾਲ, ਅਤੇ ਉਹਦੇ ਲਈ ਸੁਖਵਿੰਦਰ ਅੰਮ੍ਰਿਤ ਨੂੰ ਅਸੀਂ ਇਸ ਲਈ ਚੁਣਿਆ ਸੀਗਾ ਕਿਉਂਕਿ ਉਹ ਜਿਹੜੇ ਆਮ ਜਿਹੜਾ ਜਿਨ੍ਹਾਂ ਨੇ ਕਦੇ ਸਾਹਿਤ ਨਹੀਂ ਪੜ੍ਹਿਆ ਉਹਨਾਂ ਦੀ ਜਿਹੜੀ ਸ਼ਾਇਰੀ ਹੈਗੀ ਆ ਉਹ ਉਹਨਾਂ ਨੂੰ ਵੀ ਪਸੰਦ ਆਉਂਦੀ ਹੈਗੀ ਆ। ਇਸ ਲਈ ਅਸੀਂ ਉਹਨਾਂ ਨੂੰ ਚੁਣਿਆ ਸੀਗਾ। ਵੈਸੇ ਵੀ ਉਹ ਆਪਣੇ ਸਟਾਰ ਤਾਂ ਹੈਗੇ ਹੀ ਨੇ, ਉਹ ਤਾਂ ਮੰਨਣ ਵਾਲੀ ਗੱਲ ਆ ਕਿ ਵਧੀਆ ਲਿਖਦੇ ਹੈਗੇ ਆ। ਵੈਸੇ ਮੈਂ ਜਿਹੜਾ ਵੀ ਲਿਖਦਾ ਹੈਗਾ ਇਹ ਨਹੀਂ ਹੈਗਾ ਵੀ ਸਭ ਦੀ ਮੈਂ ਸਤਿਕਾਰ ਕਰਦਾ। ਜਦੋਂ ਮੈਂ ਅਜੇ ਲਿਖਣ ਨਹੀਂ ਸੀ ਲੱਗਿਆ
ਉਦੋਂ ਮੈਂ ਜਦੋਂ ਪੜ੍ਹਦਾ ਸੀ ਲੇਖਕਾਂ ਨੂੰ ਤਾਂ ਮੈਂ ਸਮਝਦਾ ਸੀ ਵੀ ਇਹ ਬੜੇ ਮਹਾਨ ਹੁੰਦੇ ਆ, ਇਹਨਾਂ ਦਾ ਜਾਣੀ ਉਹਦੇ ਕਹਿਣ ਵਾਂਗੂ ਚਰਨਾਂ ਦੀ ਧੂੜ ਮੱਥੇ ਲਾਉਣ ਨੂੰ ਇਦਾਂ ਦਾ ਸੋਚ ਸੀਗੀ ਮੇਰੀ। ਫਿਰ ਮੈਂ ਜਦੋਂ ਲਿਖਣ ਲੱਗ ਗਿਆ ਫਿਰ ਮੈਂ ਇਹਨਾਂ ਨੂੰ ਮਿਲਿਆ ਵੀ, ਪਰ ਇਹ ਚਾਹੇ ਚਲੋ ਤਜਰਬੇ ਵੱਖਰੇ ਨੇ ਮੇਰੇ ਇਹਨਾਂ ਨਾਲ ਸੰਬੰਧਿਤ, ਪਰ ਮੈਂ ਅਜੇ ਵੀ ਬਹੁਤ ਸਤਿਕਾਰ ਕਰਦਾ। ਮੇਰੇ ਨਿਗਾਹ ਦੇ ਵਿੱਚ ਹਰ ਲੇਖਕ ਚਾਹੇ ਉਹ ਜਿਹੋ ਜਿਹਾ ਮਰਜ਼ੀ ਲਿਖਦਾ, ਉਹਨੇ ਆਪਦਾ ਲਿਖਣਾ ਹੁੰਦਾ ਸਭ ਨੇ, ਪਰ ਮੈਂ ਸਭ ਦਾ ਹੀ ਸਤਿਕਾਰ ਕਰਦਾ। ਜਿਹੜਾ ਕਿਉਂ ਮੈਨੂੰ ਇਹੀ ਲੱਗਦਾ ਵੀ ਇਹ ਕੋਈ ਵੱਖਰੀ ਤੇ ਵੱਡੀ ਗੱਲ ਕਰ ਰਿਹਾ ਜੋ ਲਿਖ ਰਿਹਾ। ਹਾਂਜੀ ਸਰ, ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਦੇ ਹੋ ਤਾਂ ਉੱਥੇ ਤੁਹਾਨੂੰ ਕਿਸੇ ਨੇ ਸਲਾਹ ਦਿੱਤੀ ਵੀ ਲਾਇਬ੍ਰੇਰੀ 'ਚ ਜਾਇਆ ਕਰੋ, ਉੱਥੇ ਕਿਤਾਬਾਂ ਪੜ੍ਹਿਆ ਕਰੋ, ਹੈ ਨਾ। ਨਾਲ ਦੀ ਨਾਲ ਉਹਨਾਂ ਨੇ ਤੁਹਾਨੂੰ ਇੱਕ ਨਾਂ ਵੀ ਦੱਸਿਆ ਵੀ ਤੁਸੀਂ ਪ੍ਰੇਮ ਪ੍ਰਕਾਸ਼ ਸਿੰਘ ਨੇ ਉਹਨਾਂ ਦੀਆਂ ਕਹਾਣੀਆਂ ਨੂੰ ਪੜ੍ਹੋ, ਅਤੇ ਕਹਿੰਦੇ ਵੀ ਉਸ ਵੇਲੇ ਤੁਹਾਨੂੰ ਪਤਾ ਨਹੀਂ ਸੀ ਵੀ ਪ੍ਰੇਮ ਪ੍ਰਕਾਸ਼ ਸਿੰਘ ਅਤੇ ਪ੍ਰੇਮ ਪ੍ਰਕਾਸ਼ ਨੇ ਜਿਹੜੇ ਉਹ ਵੱਖਰੇ ਵੱਖਰੇ ਨੇ। ਉਹਨਾਂ ਦੀ ਕਿਤਾਬ ਤੁਸੀਂ ਲਿਆਉਂਦੇ ਹੋ ਅਤੇ ਫਿਰ ਕਹਾਣੀਆਂ ਪੜ੍ਹਨੀਆਂ ਸ਼ੁਰੂ ਕਰਦੇ ਹੋ। ਪਹਿਲੀ ਇੱਕ ਕਹਾਣੀ ਲਿਖੀ ਜਿਹਨੂੰ ਪਹਿਲੀ ਹੀ ਵਾਰ ਰਾਮ ਸਰੂਪ ਅਣਖੀ ਹੋਣਾ ਵੱਲੋਂ ਇਨਾਮ ਦਿੱਤਾ ਜਾਂਦਾ ਨਾ, ਤੁਹਾਡੀ ਕਹਾਣੀ ਫਸਟ ਆਉਂਦੀ ਹੈ। ਉਸ ਤੋਂ ਬਾਅਦ ਜਿਸ ਜਤਿੰਦਰ ਹਾਂਸ ਨੇ ਕਦੀ ਸਾਹਿਤ ਪੜ੍ਹਿਆ ਨਹੀਂ ਸੀ, ਕਦੀ ਕਾਗਜ਼ 'ਤੇ ਕੁਛ ਲਿਖਿਆ ਨਹੀਂ ਸੀ, ਉਹ ਕਿਤਾਬ ਲਿਖ ਦਿੰਦੇ ਨੇ 2005 ਦੇ ਵਿੱਚ, ਹੈ ਨਾ। ਹਾਂਜੀ, ਕਿਤਾਬ ਲਿਖਣ ਬਾਰੇ ਕਿਵੇਂ ਸੋਚਿਆ, ਮਤਲਬ ਇਹ ਹਿਆਂ ਕਿਵੇਂ ਕਰ ਲਿਆ ਕਿ ਹੁਣ ਮੈਂ ਕਿਤਾਬ ਹੀ ਲਿਖ ਦੇਵਾਂ? ਨਹੀਂ, ਮੈਂ ਨਾ ਜਦੋਂ ਪਹਿਲੀ ਕਹਾਣੀ ਲਿਖੀ ਤਾਂ ਉਹਨਾਂ ਨੇ ਮੈਨੂੰ ਇਨਾਮ ਦਿੱਤਾ। ਮੈਂ ਉਦੋਂ ਬੇਰੁਜ਼ਗਾਰ ਸੀਗਾ, ਕਿਉਂਕਿ ਜਿਹੜਾ ਆਪਣੇ ਕਿਰਸਾਨੀ ਦੇ ਵਿੱਚ ਹੈਗਾ ਪਰਿਵਾਰ ਦੇ ਵਿੱਚ, ਮੈਂ ਖੇਤੀ ਦਾ ਕੰਮ ਕਰਕੇ ਵੀ ਘੱਟ ਰਾਜੀ ਸੀਗਾ ਅਤੇ ਕੰਮ ਤੋਂ ਟਲਦਾ ਸੀਗਾ। ਅਤੇ ਫਿਰ ਉਹਦੇ ਲਈ ਐਂ ਸੀਗਾ ਘਰੇ ਜਾਣੀ ਉਹਦੀ ਇੰਨਾ ਪਿਆਰ ਤਾਂ ਬਹੁਤ ਕਰਦਾ ਸੀ, ਕਿਉਂਕਿ ਮੈਂ 3 ਭੈਣ ਭਰਾ ਸੀ, ਸਭ ਤੋਂ ਵੱਡਾ ਸੀਗਾ। ਅਤੇ ਪਰ ਉਹਨਾਂ ਨੂੰ ਐਂ ਸੀਗਾ ਵੀ ਇਹ ਕੰਮ ਨਹੀਂ ਕਰਦਾ, ਵੀ ਇਹਦਾ ਕੀ ਹੋਊਗਾ। ਅਤੇ ਉੱਦਾਂ ਵੀ ਕਿਸੇ ਨੂੰ ਮਿਲਦਾ ਗਿਲਦਾ ਨਹੀਂ ਜਾਂ ਹੋਰ ਸਾਰਿਆਂ ਉਹ ਗੱਲਾਂ ਕਰਕੇ ਘਰੇ ਜਿਹੜੀ ਮਾਂ ਮੇਰੀ ਫਿਕਰ ਕਰਦੀ ਰਹਿੰਦੀ ਸੀਗੀ। ਅਤੇ ਜਦੋਂ ਮੈਂ ਕਹਾਣੀ ਲਿਖੀ ਤਾਂ ਉਹਨਾਂ ਨੇ ਪੈਸੇ ਦੇ ਦਿੱਤੇ, ਅਤੇ ਇਨਾਮ ਦਾ ਨਹੀਂ ਸੀ ਮੈਨੂੰ ਪਤਾ ਅਜੇ। ਅਤੇ ਉਦੋਂ ਮੈਂ ਕਿਹਾ ਯਾਰ ਵੀ ਇਹ ਠੀਕ ਆ ਕੰਮ, ਵੀ ਚਲੋ ਇਹਨਾਂ ਨੂੰ ਮੇਰੀ ਮਾਂ ਵੀ ਖੁਸ਼ ਹੋਈ ਹੈਗੀ ਆ ਸੁਣ ਕੇ ਵੀ ਇਹਨੂੰ ਪੈਸੇ ਮਿਲੇ ਨੇ, ਅਤੇ ਉਹ ਵੀ ਇਹ ਕੰਮ ਕਰ ਲੈਂਦੇ ਆ ਲਿਖਣ ਦਾ। ਚਲੋ ਫਿਰ ਬਾਅਦ 'ਚ ਪਤਾ ਲੱਗਿਆ ਵੀ ਇਹ ਠੀਕ ਹੈਗਾ, ਚਲੋ ਲਿਖਣਾ ਹੋਰ ਇਹਦੇ ਲਈ, ਇਹ ਪੈਸੇ ਲਈ ਨਹੀਂ ਲਿਖਿਆ ਜਾ ਸਕਦਾ ਹੈਗਾ। ਅਤੇ ਚਲੋ ਫਿਰ ਮੈਂ ਪੜ੍ਹਿਆ ਅਤੇ ਨੌਕਰੀ ਮਿਲ ਗਈ, ਉਹਦੇ ਨਾਲ ਕੰਮ ਚੱਲ ਪਿਆ, ਜਿਹੜਾ ਜਾਣੀ ਠੀਕ ਸੀਗਾ। ਤੁਸੀਂ ਕਹਿੰਦੇ ਵੀ ਤੁਹਾਡੇ ਪਰਿਵਾਰ ਦੇ ਵਿੱਚ ਪਹਿਲਾਂ ਕਿਸੇ ਨੂੰ ਸਾਹਿਤ ਨਾਲ ਕੋਈ ਲਗਾਅ ਨਹੀਂ ਸੀ, ਹੈ ਨਾ, ਕੋਈ ਵੀ ਨਹੀਂ ਸੀ ਪੜ੍ਹਦਾ, ਪਰ ਇੱਕੋ ਪਰਿਵਾਰ ਦੇ ਵਿੱਚੋਂ 2 ਲੇਖਕ ਹੋਏ, ਦਵਿੰਦਰ ਮਲਹਾਂਸ ਤੁਹਾਡੇ ਭਰਾ, ਉਹ ਵੀ ਆਪਣੇ ਖੇਤਰ ਦੇ ਵਿੱਚ ਬਹੁਤ ਮਕਬੂਲ ਨੇ, ਅਤੇ ਤੁਸੀਂ ਦੋਵਾਂ 'ਚ ਜਿਹੜਾ ਤਾਲਮੇਲ ਆ ਉਹ ਕਿਵੇਂ ਦਾ ਵੀ ਇੱਕੋ ਘਰ 'ਚੋਂ 2 ਲੇਖਕ ਪੈਦਾ ਹੋ ਜਾਣੇ? ਸਾਡੇ ਘਰ ਦੇ ਵਿੱਚ ਜਿਵੇਂ ਆਪਣੇ ਜਨਮ ਸਾਖੀਆਂ, ਹਾਂਜੀ, ਅਤੇ ਗੁਰਬਾਣੀ ਦਾ ਚਲੋ ਸਵੇਰੇ ਸ਼ਾਮ ਪਾਠ ਸਾਡੇ ਫਾਦਰ ਸਾਹਿਬ ਕਰਦੇ ਹੀ ਸੀਗੇ, ਸਾਰਾ ਪਰਿਵਾਰ ਹੀ ਕਰਦਾ ਸੀਗਾ ਪਾਠ। ਤਾਂ ਜਨਮ ਸਾਖੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਪੜ੍ਹਦੇ ਰਹਿੰਦੇ ਸੀ। ਅਤੇ ਹੋਰ ਪਤਾ ਨਹੀਂ ਕਿੱਥੋਂ ਆਈ ਸੀ, ਇੱਕ ਵਾਰਸ ਦੀ ਹੀਰ ਵੀ ਪਈ ਸੀ ਸਾਡੇ, ਅਤੇ ਉਹਦੇ ਆਲੇ ਦੁਆਲੇ ਦੀ ਜਲਤਾਂ ਦੀਆਂ ਪੱਟੀਆਂ ਹੋਈਆਂ ਸੀਗੀਆਂ, ਦੇ ਵਿੱਚ ਉਹ ਸੀਗੇ, ਉਹਨੂੰ ਕਿਸੇ ਨੇ ਪੜ੍ਹਿਆ ਨਹੀਂ ਸੀ ਕਦੇ। ਬਾਕੀ ਜਿਹੜੀਆਂ ਕਿਤਾਬਾਂ ਸੀ ਉਹ ਰੁਮਾਲਿਆਂ 'ਚ ਲਪੇਟੀਆਂ ਹੁੰਦੀਆਂ ਸੀ, ਜਿਹੜੀਆਂ ਜਨਮ ਸਾਖੀਆਂ ਵਗੈਰਾ ਅਤੇ ਦੂਜੇ ਗੁਰਬਾਣੀ ਦੇ ਗੁਟਕੇ ਸੀਗੇ। ਅਤੇ ਉਹ ਵੀ ਮੈਂ ਵੀ ਪੜ੍ਹਦਾ ਰਿਹਾ, ਬਹੁਤ ਪਾਠ ਕਰਦਾ ਰਿਹਾ ਸਵੇਰੇ ਸ਼ਾਮ। ਅਤੇ ਪਹਿਲਾਂ ਮੇਰਾ ਭਰਾ ਪੜ੍ਹਦਾ ਹੁੰਦਾ ਸੀ ਕਹਾਣੀਆਂ, ਕਹਿ ਲਓ ਨਾਵਲ, ਉਹ ਦਵਿੰਦਰ, ਉਹਦੀ ਰੁਚੀ ਸੀਗੀ ਪੜ੍ਹਨ ਲਿਖਣ ਦੇ ਵਿੱਚ, ਮੇਰੀ ਨਹੀਂ ਸੀਗੀ। ਅਤੇ ਉਹ ਚਲੋ ਬਾਹਰ ਜਾਣ ਦੇ ਚੱਕਰਾਂ ਦੇ ਵਿੱਚ ਉਹ ਥੋੜ੍ਹਾ ਜਿਹਾ ਉਹਦੇ ਕਹਿਣ ਵਾਂਗੂ ਘੱਟ ਲਿਖਿਆ ਉਹਨੇ, ਫਿਰ ਬਾਹਰ ਜਾ ਕੇ ਤਾਂ ਕਾਫੀ ਲਿਖਿਆ, ਅਤੇ ਜਾਣੀ ਮੈਂ ਵੱਧ ਲਿਖ ਲਿਆ ਫਿਰ। ਅਤੇ ਉਹ ਜਿਹੜੀ ਤੁਸੀਂ ਗੱਲ ਦੱਸੀ ਹੈਗੀ ਆ, ਮੈਂ ਉੱਥੋਂ ਜਿਹੜੀਆਂ ਕਿਤਾਬਾਂ ਲੈ ਕੇ ਆਇਆ ਸੀਗਾ, ਜਦੋਂ ਮੈਨੂੰ ਦੱਸਿਆ, ਉਹ ਸੀਗੀ ਪ੍ਰੇਮ ਪ੍ਰਕਾਸ਼ ਆਲੋਚਕ ਸੀਗੇ ਉਹ। ਉਹਨਾਂ ਦੀ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਕੋਈ ਕਿਤਾਬ ਸੀਗੀ ਜਿਹਦੀ ਉਹਨਾਂ ਨੇ ਕਿਹਾ ਸੀ ਵੀ ਉਹ ਲੈ ਲਿਓ। ਅਸਲ 'ਚ ਮੈਨੂੰ ਪਤਾ ਨਹੀਂ ਸੀ ਪ੍ਰੇਮ ਪ੍ਰਕਾਸ਼ ਸਿੰਘ, ਮੈਂ ਕਿਹਾ ਚਲੋ ਕਈ ਵਾਰ ਸਿੰਘ ਮਗਰ ਨਹੀਂ ਲਾਉਂਦਾ ਬੰਦਾ, ਸ਼ਾਇਦ ਇਹ ਵੀ ਉਸੇ ਦੀ ਕਿਤਾਬ ਹੋਵੇ। ਅਤੇ ਪਰ ਉਹ ਪ੍ਰੇਮ ਕਹਾਣੀਆਂ ਸੀਗੀਆਂ, ਪ੍ਰੇਮ ਪ੍ਰਕਾਸ਼ ਉਹਨਾਂ ਦੀਆਂ ਵਧੀਆ ਕਹਾਣੀਆਂ ਸੀ ਜਿਹੜੀਆਂ ਮੈਨੂੰ ਲੱਗਿਆ, ਮੈਂ ਕਿਹਾ ਯਾਰ ਵੀ ਇਹ ਬੜਾ ਕਮਾਲ ਦੀਆਂ ਲਿਖੀਆਂ ਪਈਆਂ। ਉਦੋਂ ਮੈਂ ਉਹਨਾਂ ਨੂੰ ਜਾਣਦਾ ਵੀ ਨਹੀਂ ਸੀਗਾ, ਅਤੇ
ਕਿਉਂਕਿ ਮੈਂ ਸਿਲੇਬਸ ਦੀਆਂ ਕਹਾਣੀਆਂ ਵੀ ਨਹੀਂ ਸੀ ਪੜ੍ਹੀਆਂ, ਅਤੇ ਇੱਦਾਂ ਬਸ ਲਿਖਣ ਨਾਲ ਸਾਂਝ ਪੈ ਗਈ। ਜਿਵੇਂ ਤੁਸੀਂ ਦੱਸਿਆ ਵੀ ਉਹ ਕਹਾਣੀ ਪੰਜਾਬ ਨੂੰ ਭੇਜੀ, ਉਹਨਾਂ ਨੂੰ ਬਹੁਤ ਪਸੰਦ ਆਈ, ਅਤੇ ਇੱਦਾਂ ਲਿਖਣ ਲੱਗ ਗਿਆ ਸੀ। ਸਰ ਕਈ ਲੋਕਾਂ ਨੂੰ ਲੱਗਦਾ ਹੁੰਦਾ ਵੀ ਲਿਖਣ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ ਨਾ, ਪਰ ਜਦੋਂ ਤੁਸੀਂ ਕਦੇ ਗੁਲਜ਼ਾਰ ਸੰਧੂ ਉਹਨਾਂ ਨੂੰ ਸੁਣੋਗੇ ਤਾਂ ਉਹ ਕਹਿੰਦੇ ਹੁੰਦੇ ਵੀ ਮੈਂ ਅੱਜ ਤੱਕ ਕਿਸੇ ਦੀ ਨਕਲ ਮਾਰ ਕੇ ਨਹੀਂ ਲਿਖਿਆ, ਕਿਉਂਕਿ ਮੈਂ ਕਿਸੇ ਨੂੰ ਪੜ੍ਹਿਆ ਹੀ ਨਹੀਂ। ਪਰ ਕਈ ਵਾਰੀ ਤੁਸੀਂ ਐਵੇਂ ਦੇ ਲੇਖਕਾਂ ਨੂੰ ਵੀ ਮਿਲਦੇ ਹੋ ਜਿਨ੍ਹਾਂ ਨੂੰ ਹੁੰਦਾ ਵੀ ਬਹੁਤ ਜ਼ਿਆਦਾ ਪੜ੍ਹਨਾ ਜ਼ਰੂਰੀ ਆ ਸਾਹਿਤ ਚੰਗਾ ਲਿਖਣ ਲਈ, ਹੈ ਨਾ। ਤੁਹਾਡਾ ਤਜਰਬਾ ਵੀ ਇਹੀ ਕਹਿੰਦਾ। ਮੈਂ ਤਾਂ ਜਿੰਨਾ ਕੁ ਵੀ ਤੁਹਾਨੂੰ ਜਾਣਦੀ ਹਾਂ ਕਿ ਬਹੁਤ ਜ਼ਿਆਦਾ ਪੜ੍ਹਨਾ ਵੀ ਜ਼ਰੂਰੀ ਨਹੀਂ। ਤੁਹਾਡੇ ਬਾਰੇ ਤਾਂ ਇਹ ਚੀਜ਼ ਮਸ਼ਹੂਰ ਹੈ ਕਿ ਜਤਿੰਦਰ ਹਾਂਸ ਸੱਥ ਦਾ ਲੇਖਕ ਆ, ਕਹਿੰਦੇ ਵੀ ਜਿੰਨਾ ਚਿਰ ਉਹ ਪਿੰਡ ਦੀ ਸੱਥ 'ਚ ਨਾ ਜਾ ਕੇ ਬੈਠੇ ਉਹਨੂੰ ਰੋਟੀ ਨਹੀਂ ਹਜਮ ਆਉਂਦੀ, ਹੈ ਨਾ। ਅਤੇ ਤੁਹਾਡੇ ਇੱਕ ਦੋਸਤ ਕਹਿੰਦੇ ਵੀ ਕਦੇ ਕਦੇ ਉਹਨਾਂ ਦੇ ਬਾਪੂ ਜੀ ਕਹਿ ਦਿੰਦੇ ਸੀ ਵੀ ਰੋਟੀ ਵੀ ਇੱਥੇ ਹੀ ਫੜਾ ਜਾਈਏ ਕਿ ਤੂੰ ਘਰੇ ਆਉਣਾ। ਮਤਲਬ ਤੁਹਾਨੂੰ ਲੱਗਦਾ ਵੀ ਉੱਥੋਂ ਸ਼ਾਇਦ ਜਿਹੜੇ ਤੁਹਾਡੀਆਂ ਕਹਾਣੀਆਂ ਦੇ ਪਾਤਰ ਨੇ ਤੁਹਾਡੇ ਦਿਲ ਨੂੰ ਲੱਗਦੇ ਆ, ਜਾਂ ਫਿਰ ਉੱਥੇ ਬੈਠ ਕੇ ਲੱਗਦਾ ਕਿ ਮੈਨੂੰ ਇੱਕ ਇਹੋ ਜਿਹਾ ਮਾਹੌਲ ਮਿਲਦਾ ਪੁਰਾਣੇ ਬਜ਼ੁਰਗਾਂ ਤੋਂ ਕੁਛ ਐਵੇਂ ਦਾ ਸੁਣਨ ਨੂੰ ਮਿਲਦਾ ਕਿ ਤੁਸੀਂ ਬਹੁਤ ਸਮਾਂ ਬਿਤਾਉਂਦੇ ਹੋ? ਹਾਂ, ਨਹੀਂ ਉਦੋਂ ਸੀਗਾ, ਪਹਿਲਾਂ ਸੀ ਇਹ। ਫਿਰ ਤਾਂ ਮੈਨੂੰ ਨੌਕਰੀ ਮਿਲ ਗਈ। ਜਦੋਂ ਮੈਂ ਵਿਹਲਾ ਸੀ ਉਦੋਂ ਦੀ ਗੱਲ ਆ ਇਹ। ਇੱਕ ਵਾਰ ਮੈਂ ਤੁਹਾਨੂੰ ਦੱਸਦਾ, ਅਸੀਂ ਬੈਠੇ, ਮੇਰਾ ਇੱਕ ਦੋਸਤ ਬੈਠਾ ਬਾਹਰ, ਇੱਕ ਪੱਥਰ ਜਿਹਾ ਸੀਗਾ, ਉਹਦੇ 'ਤੇ ਬੈਠੇ ਹਾਂ ਅਸੀਂ ਦੋਵੇਂ, ਅਤੇ ਮੇਰੀ ਮਾਂ ਆ ਕੇ ਕਹਿੰਦੀ ਵੀ ਤੈਨੂੰ ਇੱਕਣ ਵੀ ਰੋਟੀ ਮਿਲ ਜੂਗੀ ਜਦੋਂ ਇੱਕਣ ਬੈਠਾ ਰਹੇਗਾ। ਅਤੇ ਅਸੀਂ ਹੱਸਣ ਲੱਗ ਗਿਆ। ਮੈਂ ਕਿਹਾ ਜਦ ਕਹਿੰਦੇ ਆ ਵੀ ਕੀੜੇ ਨੂੰ ਪੱਥਰ ਦੇ ਵਿੱਚ ਦਿੰਦਾ ਸੀ ਤਾਂ ਪੱਥਰ ਦੇ ਬਾਹਰ ਬੈਠੇ ਹੈਗੇ ਆ, ਹੈ ਨਾ, ਸਾਨੂੰ ਤਾਂ ਮਿਲੂਗੀ। ਅਤੇ ਜਾਣੀ ਇਹ ਗੱਲ ਤਾਂ ਸਹੀ ਹੈਗੀ ਆ। ਜਾਣੀ ਮੈਂ ਪਹਿਲਾਂ ਬਹੁਤ ਸੱਥ 'ਚ ਬੈਠਦਾ ਸੀ, ਚਲੋ ਉੱਥੇ ਤਾਂਸ ਤੂੰਸ ਖੇਡਦਾ ਰਹਿੰਦਾ ਸੀਗਾ, ਹੈ ਨਾ। ਅਤੇ ਬਾਅਦ 'ਚ ਤਾਂ ਹੁਣ ਨਹੀਂ, ਹੁਣ ਬਹੁਤ ਘੱਟ ਗਿਆ, ਕਿਉਂਕਿ ਕੰਮ ਨੇ ਜਿਹੜੇ ਤੁਹਾਡੇ 'ਤੇ ਜਦੋਂ ਪਰਿਵਾਰਕ ਪੈ ਜਾਂਦੀਆਂ ਨੇ, ਫਿਰ ਬੰਦਾ ਮਾਂ ਪਿਓ ਦੇ ਸਿਰ 'ਤੇ ਗੱਸਾਂ ਕਰਦਾ। ਹਾਂਜੀ, ਪਰ ਤੁਸੀਂ ਮਿਹਨਤ ਬਹੁਤ ਕਰਦੇ ਹੋ ਆਪਣੀਆਂ ਕਿਤਾਬਾਂ 'ਤੇ, ਹੈ ਨਾ। ਹਾਂਜੀ। ਜਦੋਂ ਵੀ ਤੁਸੀਂ ਕੋਈ ਕਹਾਣੀ ਲਿਖਦੇ ਹੋ ਤਾਂ ਉਹਦਾ ਪਾਤਰ ਅਕਸਰ ਹੀ ਤੁਹਾਨੂੰ ਆਪਣੇ ਆਲੇ ਦੁਆਲੇ ਦਿਸਦਾ, ਜਿਹਦੇ ਵਿੱਚ ਬਹੁਤ ਸਾਰੇ ਤੁਹਾਡੇ ਐਵੇਂ ਦੇ ਤਜਰਬਿਆਂ ਦਾ ਇੱਕ ਆਰਟੀਕਲ ਮੈਂ ਪੜ੍ਹਿਆ, ਲਿਖਿਆ ਹੋਇਆ ਕਿ ਸਪੇਰਿਆਂ 'ਤੇ ਕਹਾਣੀ ਲਿਖਣ ਲਈ ਤੁਸੀਂ ਧਮੋਟ ਪਹੁੰਚ ਗਏ, ਹੈ ਨਾ, ਪੂਰੀ ਉਹਨਾਂ ਦੀ ਜ਼ਿੰਦਗੀ ਨੂੰ ਦੇਖਣ ਲਈ। ਜਦੋਂ ਨਾਵਲ ਲਿਖਦੇ ਹੋ ਤਾਂ ਉਹਨਾਂ ਲੋਕਾਂ ਨੂੰ ਤੁਸੀਂ ਲੱਭਿਆ ਜਿਨ੍ਹਾਂ ਨੇ ਚੁੱਭੀਆਂ ਲਾ ਕੇ ਜਿਹੜੇ ਅਮਰੀਕਾ ਗਏ ਜਾਂ ਹੋਰ ਕੰਟਰੀਜ਼ ਦੇ ਵਿੱਚ, ਹੈ ਨਾ, ਇੱਦਾਂ ਦੇ। ਮਤਲਬ ਤੁਹਾਡੀ ਕਲਪਨਾ 'ਚ ਕਦੀ ਕੋਈ ਕਹਾਣੀ ਨਹੀਂ ਆਉਂਦੀ, ਇਹ ਪਾਤਰ ਤੁਹਾਨੂੰ ਤੁਸੀਂ ਸਮਾਜ 'ਚੋਂ ਲੱਭਦੇ ਹੋ, ਫਿਰ ਉਹਨਾਂ ਨੂੰ ਚਿੱਤਰਦੇ ਹੋ, ਇੱਦਾਂ ਦਾ ਤੁਹਾਨੂੰ ਕਿਉਂ ਮਹਿਸੂਸ ਹੁੰਦਾ? ਨਹੀਂ, ਇਹ ਸੀਗਾ ਜਿਹੜਾ ਮੈਂ ਇਹ ਤਾਂ ਲਿਖਣਾ ਚਾਹੁੰਦਾ ਸੀ। ਵੈਸੇ ਤਾਂ ਇਹ ਨਹੀਂ ਹੈਗਾ ਵੀ ਮੈਂ ਇੱਦਾਂ ਪਾਤਰ ਲੱਭਦਾ ਜਾਂ ਐਂ ਕਰਦਾ, ਕੋਈ ਵਿਚਾਰ ਵੀ ਹੁੰਦਾ, ਉਹਦੇ ਦੁਆਰੇ ਵੀ ਕਹਾਣੀ ਬੁਣੀ ਜਾਂਦੀ ਆ। ਕੋਈ ਜਾਣੀ ਆਪਾਂ ਨੂੰ ਹੁਣ ਇਹ ਤਾਂ ਸੀਗਾ, ਵਿਸ਼ਾ ਸੀਗਾ, ਵੱਖਰਾ ਸੀ ਇਹਦੇ ਬਾਰੇ, ਕਿਉਂਕਿ ਮੈਂ ਜਿਹੜੇ ਬਾਹਰ ਨੂੰ ਜਾਂਦੇ ਆ ਉਹਨਾਂ ਬਾਰੇ ਲਿਖਣਾ ਤਾਂ ਚਾਹੁੰਦਾ ਸੀਗਾ, ਕਿਉਂਕਿ ਮੇਰਾ ਆਪਦਾ ਭਰਾ ਗਿਆ ਸੀ ਇੱਦਾਂ, ਦਵਿੰਦਰ ਇੱਦਾਂ ਗਿਆ ਸੀ, ਅਤੇ ਮੇਰੇ ਮਾਮੇ ਦਾ ਬੇਟਾ ਗਿਆ ਸੀ, ਮੇਰੀ ਮਾਸੀ ਦਾ ਬੇਟਾ ਇੱਦਾਂ ਗਏ ਸੀ। ਅਤੇ ਮੈਂ ਹੋਰ ਪਾਤਰ ਲੱਭਣੇ ਚਾਹੁੰਦਾ ਸੀ, ਕਿਉਂਕਿ ਇਹ ਨਾਵਲ ਸੀਗਾ ਵੀ, ਕਿਉਂਕਿ ਇੱਕ ਦੋ ਬੰਦਿਆਂ ਦੀ ਗੱਲ ਨਹੀਂ ਸੀਗੀ, ਮੈਂ ਵੱਧ ਬੰਦਿਆਂ ਦੀ ਗੱਲ ਕਰਨੀ ਚਾਹੁੰਦਾ ਸੀ। ਤਾਂ ਕਰਕੇ ਅਸੀਂ ਬੰਦੇ ਇੱਦਾਂ ਦੇ ਜਿਹੜੇ ਲੱਭੇ ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰੀਆਂ ਕਿ ਉਹਨਾਂ ਦੇ ਵੱਖਰੇ ਤਜਰਬੇ ਸੀਗੇ, ਅਤੇ ਉਹ ਕਿੱਦਾਂ ਸੋਚਦੇ ਸੀ ਜਦੋਂ ਬਾਹਰ ਨੂੰ ਗਏ ਨੇ, ਅਤੇ ਕੀ ਉਹਨਾਂ ਨਾਲ ਵਾਪਰੀ। ਅਤੇ ਪਰ ਇਹ ਜ਼ਰੂਰੀ ਨਹੀਂ ਹੈਗਾ ਵੀ ਮੈਂ ਜਿਹੜੀਆਂ ਹੁਣ ਕਈ ਕਹਾਣੀਆਂ ਹੈਗੀਆਂ ਅਤੇ ਉਹ ਕੋਈ ਵਿਚਾਰ ਹੁੰਦਾ ਉਹਦੇ ਆਲੇ ਦੁਆਲੇ ਬੁਣੀ ਦੀ ਆ, ਕਈ ਵਾਰ ਕੋਈ ਪਾਤਰ ਹੁੰਦਾ, ਕਈ ਵਾਰ ਕੋਈ ਵਿਸ਼ਾ ਹੁੰਦਾ। ਇਹ ਜ਼ਰੂਰੀ ਨਹੀਂ ਹੈਗਾ ਵੀ ਜਾਣੀ ਸਾਰੀਆਂ ਇੱਕੋ ਤਰ੍ਹਾਂ ਦੀਆਂ ਕਹਾਣੀਆਂ ਨੇ। ਹਾਂ, ਜਿਵੇਂ ਨਾ ਕੋਈ ਕਹਿੰਦੇ ਆ ਵੀ ਕੋਈ ਲਿਸ਼ਕ ਜੀ ਕਿਸੇ ਵਿਚਾਰ ਦੀ ਤੁਹਾਡੇ ਦਿਮਾਗ 'ਚ ਆਉਂਦੀ ਆ, ਜਿਵੇਂ ਬਿਜਲੀ ਲਿਸ਼ਕਦੀ ਆ ਉੱਦਾਂ, ਪਰ ਉਹ ਉੱਦਾਂ ਨਹੀਂ, ਉਹਦੇ ਨਾਲ ਹੁਣ ਥੋੜ੍ਹਾ ਕਹਾਣੀ ਤਾਂ ਬਣਦੀ ਹੈਗੀ, ਲਿਸ਼ਕ ਵੀ ਤਾਂ ਹੀ ਹੁੰਦੀ ਆ। ਪਹਿਲਾਂ ਭਾਫ ਬਣ ਕੇ ਕਹਿੰਦੇ ਆ ਵੀ ਪਾਣੀ ਉੱਪਰ ਉੱਡਦਾ, ਫਿਰ ਬੱਦਲ ਬਣਦੇ ਨੇ, ਫਿਰ ਉਹ ਟਕਰਾਉਂਦੇ ਹੈਗੇ ਆ। ਕੋਈ ਗੱਲਾਂ ਤੁਹਾਡੇ ਦਿਮਾਗ 'ਚ ਪਹਿਲਾਂ ਹੀ ਹੁੰਦੀਆਂ ਨੇ, ਉਹਦੇ ਤਰ੍ਹਾਂ ਕਹਾਣੀ ਬਣਦੀ। 2019 ਦੇ ਵਿੱਚ ਜਦੋਂ ਤੁਹਾਨੂੰ ਢਾਹਾਂ ਅਵਾਰਡ ਮਿਲਿਆ, ਹੈ ਨਾ, ਉਸੇ ਵੇਲੇ ਗੁਰਦੇਵ ਸਿੰਘ ਰੁਪਾਣਾ ਉਹਨਾਂ ਨੂੰ ਵੀ ਦੂਜਾ ਇਨਾਮ ਆ ਜਿਹੜਾ ਉਹਨਾਂ ਦੇ ਝੋਲੇ ਪਿਆ। ਬਹੁਤ ਸਾਰੇ ਲੋਕਾਂ ਨੇ, ਜਿਵੇਂ ਆਪਾਂ ਵੀ ਪਹਿਲਾਂ ਗੱਲ ਕਰ ਰਹੇ ਸੀ, ਉਸ ਵੇਲੇ ਮੈਂ ਬਹੁਤ ਸਾਰੇ ਆਰਟੀਕਲ ਐਵੇਂ ਦੇ ਵੀ ਪੜ੍ਹੇ ਸੀ ਜਿਨ੍ਹਾਂ 'ਚ ਇਹ ਸੀਗਾ ਕਿ ਉਹਨਾਂ ਨੂੰ ਲੱਗਿਆ ਸੀ ਸ਼ਾਇਦ ਜਤਿੰਦਰ ਹਾਂਸ ਨੇ ਜਿਹੜੇ ਉਹ ਇੱਕ ਅਪਰੋਚ ਦੀ ਪੌੜੀ ਚੜ੍ਹ ਕੇ ਇਹ ਨਾਮ ਲੈ ਗਏ ਨੇ, ਹੈ ਨਾ, ਕਿਉਂਕਿ ਇੱਕ ਸੀਨੀਅਰ ਜਿਹੜੇ ਲੇਖਕ ਸਾਡੇ ਕੋਲ ਆਲਰੇਡੀ ਸੀ ਅਤੇ ਉਹਨਾਂ ਨੂੰ ਦੂਜੀ ਥਾਂ 'ਤੇ ਰੱਖਿਆ ਗਿਆ। ਪਰ ਜਦੋਂ ਮੈਂ ਬਲਦੇਵ ਸਿੰਘ ਧਾਲੀਵਾਲ ਹੁਣਾਂ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ
ਢਾਹਾਂ ਲਈ ਹਮੇਸ਼ਾ ਕਿਤਾਬ ਦੇਖੀ ਜਾਂਦੀ ਹੈ, ਨਾਂ ਨਹੀਂ ਵੇਖਿਆ ਜਾਂਦਾ ਹੈ ਨਾ। ਤੁਸੀਂ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਉਦੋਂ ਸੁਣੀਆਂ ਹੋਣਗੀਆਂ, ਤੁਸੀਂ ਇਸ ਚੀਜ਼ ਨੂੰ ਕਿਵੇਂ ਸੋਚਦੇ ਹੋ ਜਾਂ ਕਿਵੇਂ ਤੁਹਾਨੂੰ ਮਹਿਸੂਸ ਹੋਇਆ ਸੀ? ਨਹੀਂ, ਮੈਂ ਇਦਾਂ ਨਹੀਂ ਸੋਚਦਾ। ਮੈਂ ਅਸਲ ਦੇ ਵਿੱਚ ਗੁਰਦੇਵ ਸਿੰਘ ਰਪਾਣਾ ਸਾਡੇ ਵੱਡੇ ਕਹਾਣੀਕਾਰ ਨੇ। ਮੈਂ ਇਹ ਨਹੀਂ, ਇਹ ਮੈਨੂੰ ਇਹ ਤਾਂ ਉਹਨਾਂ ਨੇ ਕਰਨਾ ਸੀ ਫੈਸਲਾ ਜਿਹੜਾ ਨੇ ਦੇਣਾ। ਅਤੇ ਜਿਵੇਂ ਉਹਨਾਂ ਨੇ ਉਹ ਕਹਿੰਦੇ, ਜਿਵੇਂ ਤੁਹਾਨੂੰ ਦੱਸਿਆ ਵੀ ਉਹ ਕਿਤਾਬ ਨੂੰ ਦਿੰਦੇ ਹੈਗੇ ਆ, ਉਹਨਾਂ ਨੂੰ ਮੇਰੀ ਕਿਤਾਬ ਚੰਗੀ ਲੱਗੀ ਹੋਊਗੀ। ਮੈਨੂੰ ਤਾਂ ਅਪਰੋਚ ਲਈ ਮੈਂ ਕਿਸੇ ਨੂੰ ਲੇਖਕ ਨੂੰ ਮਿਲਦਾ ਹੀ ਨਹੀਂ ਹੈਗਾ। ਮਿਲਣਾ ਤਾਂ ਕੀ ਹੈਗਾ, ਮੈਂ ਤਾਂ ਜਿਹੜੇ ਮੇਰੇ ਜਾਣਕਾਰ ਨੇ ਉਹਨਾਂ ਨੂੰ ਵੀ ਬਹੁਤ ਘੱਟ ਮਿਲਦਾ ਹੈਗਾ, ਕਿਉਂਕਿ ਮੈਨੂੰ ਹੋਰ ਹੀ ਕੰਮ ਬਹੁਤ ਨੇ, ਲਿਖਣ ਪੜ੍ਹਨ ਦਾ ਕੰਮ ਹੈਗਾ, ਜਾਂ ਲੇਖਕਾਂ ਨੂੰ ਮਿਲਦਾ ਘੱਟ ਹੈਗਾ ਮੈਂ। ਹਾਂਜੀ। ਅਤੇ ਬਾਕੀ ਅਪਰੋਚ ਦਾ ਆਪਣੀ ਕੀ ਹੋਣੀ ਆ। ਜਿੰਨਾ ਮੁੱਲ ਤੁਹਾਨੂੰ ਲੱਗਦਾ ਵੀ ਲੇਖਕਾਂ ਦੇ ਬਾਹਰਲੇ ਜਿਹੜੀਆਂ ਕੌਂਸਲਸ ਨੇ, ਜਾਂ ਜਿਵੇਂ ਬਰਜਿੰਦਰ ਢਾਹਾਂ ਉਹਨਾਂ ਦੀ ਵੀ ਮੈਂ ਗੱਲ ਕਰਾਂ, ਜਿਹੜੇ ਲੋਕ ਨਿਰਸਵਾਰਥ ਹੋ ਕੇ ਹੈ ਨਾ ਲੇਖਕਾਂ ਲਈ ਇੰਨੇ ਵੱਡੇ ਵੱਡੇ ਸਨਮਾਨ ਨੇ ਜਿਹੜੇ ਉਹ ਦੇ ਰਹੇ ਨੇ, ਤੁਹਾਨੂੰ ਲੱਗਦਾ ਵੀ ਪੰਜਾਬ ਦੇ ਲੋਕ ਖਾਸ ਕਰਕੇ ਆਪਣੇ ਜਿਹੜੇ ਪਾਠਕ ਨੇ, ਪੜ੍ਹਨ ਵਾਲੇ, ਜਾਂ ਆਪਣੇ ਵੀ ਬਹੁਤ ਸਾਰੀਆਂ ਜਿਹੜੀਆਂ ਲੇਖਕਾਂ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਜਾਂ ਕੌਂਸਲਸ ਬਣੀਆਂ ਹੋਈਆਂ ਨੇ, ਉਹ ਉਸ ਤਰੀਕੇ ਦਾ ਸਤਿਕਾਰ ਜਾਂ ਉਸ ਤਰੀਕੇ ਦੇ ਸਨਮਾਨ ਦੇ ਰਹੇ ਨੇ? ਦੇਖੋ, ਜਿਹੜਾ ਇਹ ਬਲਜਿੰਦਰ ਢਾਹਾਂ ਹੋਣੀ ਕੰਮ ਕਰ ਰਹੇ ਨੇ, ਹਾਂਜੀ, ਇਹ ਇੱਕ ਵੱਖਰਾ ਅਤੇ ਵੱਡਾ ਕੰਮ ਹੀ ਕਹਾਂਗੇ, ਕਿਉਂਕਿ ਕਰੋੜ ਰੁਪਈਆ ਹਰ ਸਾਲ ਜਿਹੜਾ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਇਹ ਦੇਣਾ ਹੈਗਾ, ਇਹ ਕੋਈ ਸੌਖੀ ਗੱਲ ਨਹੀਂ। ਹਾਂਜੀ। ਉਹ ਸਿਰਫ ਗਲਪ ਨੂੰ ਦਿੰਦੇ ਨੇ। ਜਿਹੜੀਆਂ ਦੁਨੀਆ ਭਰ ਦੇ ਵਿੱਚ ਕਿਤਾਬਾਂ ਛਪਦੀਆਂ ਨੇ ਉਹ ਸਾਲ, ਉਹ ਮੰਗਵਾ ਕੇ ਉਹਨਾਂ ਵਿੱਚੋਂ ਵੱਖ-ਵੱਖ ਢੰਗਾਂ ਨਾਲ ਚੁਣਦੇ ਨੇ ਉਹਨਾਂ ਨੂੰ ਅਤੇ ਦਿੰਦੇ ਨੇ। ਇਹ ਵੱਡੀ ਗੱਲ ਹੈਗੀ ਆ, ਮੈਨੂੰ ਤਾਂ ਇਹ ਲੱਗਦੀ ਆ, ਕਿਉਂਕਿ ਬਾਹਰ ਬੈਠਾ ਬੰਦਾ ਆਪਣੀ ਮਾਂ ਬੋਲੀ ਲਈ ਇਹ ਸਭ ਕੁਛ ਕਰ ਰਿਹਾ। ਹਾਂਜੀ। ਅਤੇ ਮੈਨੂੰ ਤਾਂ ਹਮੇਸ਼ਾ ਹੀ ਬਹੁਤ ਓਨਾ ਮੈਂ ਲਿਖਿਆ ਨਹੀਂ ਹੈਗਾ ਜਿੰਨਾ ਮੈਨੂੰ ਮਾਣ ਸਤਿਕਾਰ, ਸਭ ਤੋਂ ਵੱਡਾ ਸਤਿਕਾਰ ਹੁੰਦਾ ਤੁਹਾਡਾ ਪਿਆਰ ਹੁੰਦਾ ਪਾਠਕਾਂ ਦਾ। ਹਾਂਜੀ। ਉਹ ਮੈਨੂੰ ਬਹੁਤ ਮਿਲਿਆ, ਕਿਉਂਕਿ ਮੇਰੀਆਂ ਜਿਹੜੀਆਂ ਵੀ ਕਿਤਾਬਾਂ ਛਪੀਆਂ ਨੇ ਸਾਰਿਆਂ ਦੇ ਕਈ ਐਡੀਸ਼ਨ ਛਪੇ ਨੇ, ਅਤੇ ਉਹਨਾਂ ਸਾਰਿਆਂ ਦੀ ਮੈਨੂੰ ਰੈਲਟੀ ਮਿਲੀ ਆ, ਅਤੇ ਜਿਹੜੀਆਂ ਵੀ ਛਪਦੀਆਂ ਨੇ, ਅਤੇ ਉਹਨਾਂ ਦਾ ਪਾਠਕਾਂ ਤੋਂ ਵੱਡਾ ਹੋਰ ਆਪਾਂ ਨੂੰ ਕੀ ਹੁੰਦਾ। ਅਤੇ ਬਾਕੀ ਜਿਹੜੀਆਂ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਵੀ ਬਹੁਤ ਮਾਣ ਸਨਮਾਨ ਕੀਤਾ ਹੈਗਾ। ਉਹਨਾਂ ਨੂੰ ਕਹਾਣੀਆਂ ਚੰਗੀਆਂ ਲੱਗਦੀਆਂ ਹੋਣਗੀਆਂ ਤਾਂ ਹੀ ਕਰਿਆ। ਸਰ, ਪਿਛਲੇ ਸਮੇਂ 'ਚ ਇਹੀ ਹੁੰਦਾ ਸੀ ਵੀ ਜਦੋਂ ਕੋਈ ਲੇਖਕ ਲਿਖਦਾ, ਉਹ ਕਿਤਾਬ ਲਿਖਦਾ ਸੀ, ਉਹਨੂੰ ਪਾਠਕ ਪੜ੍ਹਦੇ ਸੀ, ਹੈ ਨਾ। ਅੱਜ ਕੱਲ੍ਹ ਜਿਹੜਾ ਉਹਨਾਂ 'ਤੇ ਫਿਲਮਾਂ ਬਣਨ ਦਾ ਬਹੁਤ ਜ਼ਿਆਦਾ ਰੁਝਾਨ ਬਣ ਗਿਆ। ਜਿਵੇਂ ਤੁਹਾਡੀਆਂ ਬਹੁਤ ਸਾਰੀਆਂ ਕਹਾਣੀਆਂ ਉੱਤੇ ਫਿਲਮਾਂ ਬਣ ਚੁੱਕੀਆਂ ਨੇ, ਜਿਹਦੇ 'ਚ ਜ਼ਿਆਦਾ ਚਰਚਿਤ ਜਿਹੜੀ ਮੈਂ ਚੀਜ਼ ਕਹਾਂ ਕਿ ਉਹ ਤੁਹਾਡੀ ਰਾਹੂ ਕੇਤੂ ਕਹਾਣੀ 'ਤੇ ਜਦੋਂ ਸੀਰੀ ਫਿਲਮ ਬਣਦੀ ਆ, ਹੈ ਨਾ, ਉਦੋਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਸੀ ਵੀ ਜਤਿੰਦਰ ਹਾਂਸ ਨੇ ਜਿਹੜੇ ਉਹ ਕਹਾਣੀਆਂ ਲਿਖਦੇ ਆ, ਅਤੇ ਇਸ ਕਦਰ ਇਸ ਵੱਡੀ ਤਰੀਕੇ ਦੀ ਕਹਾਣੀ ਉਹਨਾਂ ਨੇ ਲਿਖੀ ਆ। ਇਹ ਜ਼ਰੀਆ ਪਾਠਕਾਂ ਤੱਕ ਜਾਂ ਲੋਕਾਂ ਤੱਕ ਪਹੁੰਚਣ ਦਾ ਤੁਹਾਨੂੰ ਲੱਗਦਾ ਵੀ ਇਹ ਲਿਖਣ ਨਾਲੋਂ, ਕਿਤਾਬਾਂ ਨਾਲੋਂ ਛੇਤੀ ਪਹੁੰਚ ਦਾ ਜ਼ਰੀਆ ਹੈ? ਕਿਉਂਕਿ ਜਿਹੜਾ ਅੱਜ ਦਾ ਯੁੱਗ ਹੈਗਾ, ਇਹ ਉਹਨੂੰ ਆਪਾਂ ਸੋਸ਼ਲ ਮੀਡੀਆ ਦਾ ਯੁੱਗ ਵੀ ਕਹਿ ਸਕਦੇ ਹੈਗੇ ਹਾਂ, ਕਿਉਂਕਿ ਜਿਹੜੀਆਂ ਕਿਤਾਬਾਂ ਜਾਣੀ ਨੇ ਉਹ ਆਪਾਂ ਫੇਸਬੁੱਕ ਜਾਂ ਵਟਸਐਪ ਰਾਹੀਂ ਵੀ ਲੋਕਾਂ ਨਾਲ ਉਹ ਪ੍ਰਚਾਰ ਹੋ ਰਿਹਾ ਉਹਨਾਂ ਦਾ। ਅਤੇ ਇਹਨੂੰ ਚਾਹੇ ਕੋਈ ਲੋਕ ਨਿੰਦਦੇ ਹੋਣ ਫੇਸਬੁੱਕ ਨੂੰ ਜਾਂ ਵਟਸਐਪ ਨੂੰ, ਪਰ ਇਹ ਵੀ ਇੱਕ ਵਧੀਆ ਢੰਗ ਹੈਗਾ ਸਾਹਿਤ ਨੂੰ ਪ੍ਰਚਾਰਨ ਦਾ। ਅਤੇ ਜਿਹੜੀਆਂ ਫਿਲਮਾਂ ਦੀ ਗੱਲ ਕਰਦੇ ਹੋ, ਮੇਰੀਆਂ ਕਈ ਕਹਾਣੀਆਂ 'ਤੇ ਬਣੀਆਂ ਨੇ, ਜਿਵੇਂ ਤੱਖੀ 'ਤੇ ਬਣੀ ਸੀਗੀ, ਗੁਰਵਿੰਦਰ ਹੋਣਾ ਨੇ ਬਣਾਈ ਸੀ। ਇਹਨਾਂ ਨੇ ਬਣਾਈ ਆ ਰਸ ਰੰਗ 'ਤੇ ਭਗਵੰਤ ਕੰਗ ਨੇ, ਅਤੇ ਇੱਕ ਬਣਾਈ ਆ ਲੂਤਰੋ 'ਤੇ ਬਣਾਈ ਹੈਗੀ ਆ। ਭਗਵੰਤ ਕੰਗ ਨੇ ਜਿਹੜੀ ਬਣਾਈ ਆ ਰਸ ਰੰਗ 'ਤੇ, ਉਹਦਾ ਨਾਂ ਉਹਨੇ ਰੱਖਿਆ ਸੀ ਪਹਿਲੀ ਰਾਤ। ਉਹਨੂੰ ਤਾਂ ਥੋੜ੍ਹੇ ਚਰਚੇ ਕਹਿੰਦੇ ਕਾਫੀ ਵਿਊ ਜਿਹੜੇ ਹੁੰਦੇ ਆ। ਤੁਸੀਂ ਕੁਝ ਕੁ ਦਿਨ ਪਹਿਲਾਂ ਸ਼ੇਅਰ ਕੀਤਾ ਸੀ ਕਿ 1 ਮਿਲੀਅਨ ਜਿਹੜੇ ਵਿਊਜ਼ ਹੋ ਗਏ ਨੇ। ਹਾਂਜੀ, ਇੱਦਾਂ ਵੀ ਵੱਧੇ ਹੋ ਗਏ, ਪਤਾ ਨਹੀਂ ਕਿੰਨੇ ਹੋ ਗਏ। ਉਹਨੇ ਮੈਨੂੰ ਭੇਜਿਆ ਸੀ, ਮੈਂ ਤਾਂ ਲਿਖ ਪਾ ਹੀ ਦਿੱਤੀ ਸੀ ਉਹਦੇ 'ਤੇ। ਅਤੇ ਉਹਦਾ ਮੈਨੂੰ ਪਤਾ ਨਹੀਂ ਕੀ ਹੁੰਦਾ ਸਿਸਟਮ, ਪਰ ਉਹ ਕਾਫੀ ਜਾਣੀ ਪਸੰਦ ਕਰੀ ਹੈ ਅਤੇ ਦੇਖੀ ਗਈ ਹੈ। ਜਿਵੇਂ ਹੁਣ ਇਹ ਰਾਹੂ ਕੇਤੂ ਸੀਗੀ, ਇਹਦੇ 'ਤੇ ਜਿਹੜਾ ਫਿਲਮ ਬਣਾਈ ਸੀ ਇਹਨਾਂ ਨੇ, ਰਣਜੀਵ ਹੋਣਾ ਨੇ ਕਹਿ ਲਓ, ਪਰ ਇਹਨਾਂ ਨੇ ਕਿਉਂਕਿ ਫਿਲਮ ਦੀ ਜਿਹੜੀ ਹੈਗੀ ਆ ਉਹਦੀ ਮੰਗ ਵੱਖਰੀ ਹੁੰਦੀ ਆ, ਉਹਦੀ ਕਹਾਣੀ ਵੀ ਬਦਲ ਗਈ, ਹੋਰ ਵੀ ਸਾਰਾ ਕੁਝ ਹੀ ਬਦਲ ਗਿਆ। ਅਤੇ ਹੋਰ ਮੈਂ ਇੱਕ ਫਿਲਮ ਲਿਖੀ ਆ, ਉਹਨਾਂ ਲਈ ਹੀ ਲਿਖੀ ਆ, ਜਿਹੜੇ ਪ੍ਰਵਾਸੀ ਨੇ। ਉਹ ਇੱਦਾਂ ਦੀ ਪਹਿਲੀ ਤਰ੍ਹਾਂ ਦੀ ਹੋਊਗੀ ਜਿਹੜੀ ਫਿਲਮ ਜਿਹੜੀ ਆਈ ਨਹੀਂ ਹੈਗੀ ਪੰਜਾਬੀ 'ਚ ਕਦੇ। ਹਾਂਜੀ। ਅਤੇ
ਉਹ ਪਹਿਲਾਂ ਅਸਲ ਦੇ ਵਿੱਚ ਮੈਂ ਤਾਂ ਕਹਾਣੀਆਂ ਲਿਖਦਾ ਹੈਗਾ ਫਿਲਮਾਂ ਦਾ, ਕਿਉਂਕਿ ਫਿਲਮ ਆ ਜਿਹੜੀ ਉਹਦਾ ਵੱਡਾ ਕੈਨਵਸ ਹੈਗਾ, ਉਹਦੇ ਵਿੱਚ ਸੰਗੀਤ ਵੀ ਆਉਂਦਾ, ਉਹਦੇ ਵਿੱਚ ਐਕਟਰ ਤੇ ਡਾਇਰੈਕਟਰ ਸਾਰਾ ਕੁਝ ਉਹਦੇ ਤਾਂ ਬਹੁਤ ਵੱਡਾ ਹੋਗਾ। ਅਤੇ ਕਹਾਣੀ ਜਿਵੇਂ ਉਹਨਾਂ ਨੇ ਹੁਣ ਮੈਨੂੰ ਪਤਾ ਲੱਗਿਆ ਵੀ ਜਿਵੇਂ ਤੁਸੀਂ ਪਹਿਲਾਂ ਗੱਲ ਕਰੀ ਸੀਗੀ ਬਈ ਭਾਈ ਵੀ ਤੂੰ ਐਂ ਉਹ ਕਰਦਾ, ਹੁਣ ਮੈਨੂੰ ਲੱਗਿਆ ਵੀ ਜੇ ਮੈਨੂੰ ਕਹਿੰਦਾ ਵੀ ਤੂੰ ਇਹ 'ਤੇ ਲਿਖ ਕਹਾਣੀ ਤਾਂ ਮੈਂ ਉਹ 'ਤੇ ਵੀ ਲਿਖ ਸਕਦਾ, ਵੀ ਆਹ ਗੱਲ 'ਤੇ ਕਹਾਣੀ ਲਿਖ ਦੇ ਜਾਂ ਵੀ ਆਹ ਸ਼ਬਦ 'ਤੇ ਕਹਾਣੀ ਲਿਖ ਦੇ, ਹੁਣ ਮੈਨੂੰ ਲੱਗਦਾ ਮੈਂ ਲਿਖ ਸਕਦਾ। ਹਾਂਜੀ, ਮਤਲਬ ਹੁਣ ਤਜਰਬੇ ਨੇ ਜਿਹੜੇ ਕਾਫੀ ਵੱਡੇ ਹੋ ਗਏ ਨੇ। ਹਾਂਜੀ, ਇੱਕ ਵੇਲਾ ਉਹ ਵੀ ਸੀ ਜਦੋਂ ਤੁਹਾਨੂੰ ਲੱਗਦਾ ਹੁੰਦਾ ਸੀ ਵੀ ਨਹੀਂ ਲੇਖਕ ਦਾ ਜਿਹੜਾ ਗਰੀਬੀ ਦਾਵੇ ਜਿਹੇ ਵਾਲਾ ਕੰਮ ਹੈ ਨਾ ਵੀ ਇਹਦੇ 'ਚ ਕੋਈ ਬਹੁਤਾ ਪੈਸਾ ਪੂਸਾ ਨਹੀਂ ਹੈ, ਪਰ ਹੁਣ ਤਾਂ ਫਿਲਮਾਂ ਵੀ ਬਣ ਰਹੀਆਂ ਨੇ, ਇੱਕ ਵੱਡਾ ਸਨਮਾਨ ਵੀ ਮਿਲਿਆ, ਹੁਣ ਲੱਗਦਾ ਵੀ ਰੋਜੀ ਰੋਟੀ ਲੇਖਕ ਦੀ ਵੀ ਵਧੀਆ ਚੱਲਦੀ ਆ। ਹਾਂ, ਪਰ ਲੇਖਕ ਨੂੰ ਹਮੇਸ਼ਾ ਹੀ ਕਿਰਤ ਤਾਂ ਕਰਨੀ ਹੀ ਪੈਣੀ ਆ, ਕਰਨੀ ਚਾਹੀਦੀ ਆ ਨਾਲ। ਇਹ ਕੰਮ ਨਾ ਇਕੱਲੇ ਜਿਹੜਾ ਪੰਜਾਬੀ ਦਾ ਲੇਖਕ ਹੈਗਾ ਉਹ ਇਕੱਲੀ ਲਿਖਾਈ ਦੇ ਸਿਰ 'ਤੇ ਨਹੀਂ ਗੁਜ਼ਾਰਾ ਕਰ ਸਕਦਾ, ਉਹਨੂੰ ਹੋਰ ਕੋਈ ਕੰਮ ਵੀ ਕਰਨਾ ਪੈਣਾ, ਮਤਲਬ ਚਾਹੇ ਖੇਤੀ ਦਾ ਕਰੇ, ਚਾਹੇ ਜੋ ਵੀ ਕੰਮ ਉਹਨੂੰ ਪੜ੍ਹਾਉਣ ਦਾ ਜਾਂ ਕੋਈ ਵੀ ਕਰੇ, ਜੋ ਵੀ ਹੈਗਾ ਉਹਨੂੰ ਕੰਮ ਨਾਲ ਚਾਹੀਦਾ। ਬਿਲਕੁਲ। 3 ਕਹਾਣੀ ਸੰਗ੍ਰਹਿ ਅਤੇ 1 ਨਾਵਲ ਤੁਸੀਂ ਲਿਖ ਚੁੱਕੇ ਹੋ, ਹੈ ਨਾ। ਫਿਲਮਾਂ 'ਤੇ ਵੀ ਹੁਣ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਇੱਕ ਵੱਡੀ ਫਿਲਮ ਵੀ ਤੁਸੀਂ ਜਿਹੜੀ ਆ ਉਹ ਲਿਖੀ ਆ, ਅੱਗੇ ਜਾ ਕੇ ਹੋਰ ਕਿਹੜੇ ਪ੍ਰੋਜੈਕਟ ਨੇ ਜਿਹੜੇ ਲੱਗਦਾ ਕਿ ਇਹ ਵਿਸ਼ੇ ਮੈਨੂੰ ਛੂੰਹਦੇ ਆ ਅਤੇ ਮੈਂ ਇਹਨਾਂ ਵਿਸ਼ਿਆਂ ਦੇ ਉੱਪਰ ਜ਼ਰੂਰ ਕੰਮ ਕਰਨਾ, ਜਿਵੇਂ ਤੁਸੀਂ ਕਹਿੰਦੇ ਕਿ ਮੈਂ ਤਾਂ ਇੱਕ ਸ਼ਬਦ ਵੀ ਕੋਈ ਦੇ ਦੇਵੇ ਉਹਦੇ 'ਤੇ ਕਹਾਣੀ ਲਿਖ ਸਕਦਾ, ਹੈ ਨਾ, ਤਾਂ ਐਵੇਂ ਦਾ ਕੁਛ ਹੈ ਅੱਗੇ ਦਿਮਾਗ 'ਚ? ਮੈਂ ਇੱਕ ਤਾਂ ਹੁਣ ਫਿਲਮਾਂ ਲਿਖਣੀਆਂ ਚਾਹੁੰਦਾ ਹੈਗਾ। ਮੈਂ ਇੱਕ ਲਿਖੀ ਵੀ ਹੋਈ ਆ, ਕੋਈ ਵਧੀਆ ਡਾਇਰੈਕਟਰ ਮਿਲਿਆ ਜਿਹੜਾ ਜਾਂ ਵਧੀਆ ਪੈਸੇ ਦੇਣ ਵਾਲਾ ਮਿਲਿਆ ਤਾਂ ਉਹਨੂੰ ਦਊਂਗਾ। ਅਤੇ ਦੂਜਾ ਮੈਂ ਕਹਾਣੀਆਂ ਲਿਖੀਆਂ ਨੇ ਕੁਛ ਇਹਨਾਂ, ਕਿਉਂਕਿ ਲੋਕਡਾਊਨ ਦੇ ਵਿੱਚ ਵਿਹਲੇ ਸੀਗੇ, ਘੱਟੋ ਘੱਟ 1 ਕਿਤਾਬ ਦੀਆਂ ਤਾਂ ਮੈਂ ਲਿਖ ਹੀ ਲਈਆਂ ਹੈਗੀਆਂ, 4ਥੀ ਕਿਤਾਬ ਵੀ ਛਪ ਜੂਗੀ ਛੇਤੀ ਉਹ। ਅਤੇ ਇਹ ਕੰਮ ਨੇ ਜਿਹੜੇ ਮੈਂ ਲਿਖਣ ਪੜ੍ਹਨ ਨਾਲ ਸੰਬੰਧਿਤ ਕਰੇ ਨੇ ਅਜੇ। ਬਹੁਤ ਸਾਰੇ ਤੁਹਾਡੀਆਂ ਕਹਾਣੀਆਂ ਦੇ ਉੱਤੇ ਨਾਟਕ ਵੀ ਖੇਡੇ ਗਏ ਨੇ, ਗੁਰਸ਼ਰਨ ਭਾਜੀ ਵੀ ਉਸ 'ਤੇ ਨਾਟਕ ਖੇਡ ਚੁੱਕੇ ਨੇ, ਹੈ ਨਾ। ਅਦਾਕਾਰੀ ਦਾ ਵੀ ਸ਼ੌਂਕ ਹੈ, ਕਹਿੰਦੇ ਵੀ ਕਈ ਵਾਰ ਤੁਸੀਂ ਗੱਲ ਕਰਦੇ ਹੁੰਦੇ ਆ ਵੀ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਆ ਵੀ ਮੈਂ ਰੰਗਮੰਚ ਦਾ ਹਿੱਸਾ ਕਿਉਂ ਨਹੀਂ ਹੈਗਾ। ਹੁਣ ਅੱਗੇ ਜਾ ਕੇ ਹੁਣ ਇੱਕ ਨਾਂ ਬਣ ਗਿਆ, ਜੇ ਕਿਸੇ ਨੂੰ ਕਹੋਗੇ ਵੀ ਤਾਂ ਮੈਨੂੰ ਲੱਗਦਾ ਕੋਈ ਮਨਾ ਨਹੀਂ ਕਰੇਗਾ। ਹੈ ਇੱਛਾ ਕਿ ਹੁਣ ਅਦਾਕਾਰੀ ਵੱਲ ਵੀ ਜਾਣਾ? ਨਹੀਂ, ਅਦਾਕਾਰੀ ਵੱਲ ਤਾਂ ਨਹੀਂ ਜਾਣਾ, ਪਰ ਮੈਂ ਇੱਦਾਂ ਚਾਹੁੰਦਾ ਵੀ ਮੈਂ ਕੋਈ ਫਿਲਮ ਬਣਾਵਾਂ ਜਿਹੜੀ ਉਹ ਮੈਂ ਚਾਹੁੰਦਾ ਹੈਗਾ। ਮੈਂ ਜਾਣੀ ਫਿਲਮ ਬਣਾਉਣੀ ਤਾਂ ਚਾਹੁੰਦਾ, ਪਰ ਮੈਂ ਅਦਾਕਾਰੀ ਨਹੀਂ ਕਰਨੀ ਚਾਹੁੰਦਾ, ਕਿਉਂਕਿ ਇਹ ਮੇਰਾ ਕੰਮ ਨਹੀਂ ਹੈਗਾ, ਮੈਨੂੰ ਲੱਗਦਾ ਨਹੀਂ ਮੈਂ ਕਰ ਸਕੂੰਗਾ ਇਹ। ਅਤੇ ਜਿਹੜੇ ਨਾਟਕ ਨੇ ਉਹ ਬਹੁਤ ਕਈ ਕਹਾਣੀਆਂ 'ਤੇ ਸ਼ਾਇਦ ਉਹਨਾਂ 'ਚ ਕੋਈ ਨਾਟਕੀ ਅੰਸ਼ ਵੱਧ ਹੋਣਗੇ, ਜਿਵੇਂ ਸਰਪੰਚਨੀ 'ਤੇ ਗੁਰਸ਼ਰਨ ਭਾਜੀ ਨੇ, ਹੰਸਾ ਸਿੰਘ ਹੋਣੀ ਸੀਗੇ, ਉਹਨਾਂ ਨੇ ਖੇਡਿਆ ਸੀ ਉਹਦੇ 'ਤੇ ਫੌਜੀ 'ਤੇ। ਅਤੇ ਜਿਹੜੀ ਰਾਹੂ ਕੇਤੂ ਹੈ ਇਹਦੇ ਤਾਂ ਬਹੁਤ ਜਾਣਿਆਂ ਨੇ, ਸੈਮੂਅਲ ਜੌਨ ਨੇ ਵੀ ਇਹਦੇ 'ਤੇ ਬਣਾਇਆ ਸੀ ਨਾਟਕ, ਆਪਣੇ ਨਿਰਭੈ ਧਾਲੀਵਾਲ, ਸੁਰਿੰਦਰ ਸ਼ਰਮਾ ਹੈਗੇ ਜਿਹੜੇ, ਉਹਨਾਂ ਦਾ ਵੀ ਬਣਾਇਆ ਹੋਇਆ ਮੁੱਲਾਂਪੁਰ ਵਾਲੇ ਜਿਹੜੇ ਐਕਟਰ ਨੇ ਬਹੁਤ ਵਧੀਆ, ਉਹਨਾਂ ਨੇ ਸੀਰੀਜ਼ ਵੀ ਜਿਹੜਾ ਉਹ ਕੰਮ ਕਰਿਆ ਹੈਗਾ। ਅਤੇ ਹੋਰ ਵੀ 2-3 ਜਣਿਆਂ ਨੇ ਕਰਿਆ। ਇੱਕ ਆਪਣਾ ਮੁੰਡਾ ਖੰਨੇ ਆ, ਉਹ ਇਫਟਾ ਨਾਲ ਜੁੜੇ ਹੋਏ ਨੇ, ਉਹਨਾਂ ਨੇ ਵੀ ਬਣਾਇਆ ਇੱਕ ਨਾਟਕ। ਇਹ 'ਤੇ ਤਾਂ ਬਹੁਤ ਨੇ ਬਣਾਇਆ, ਜਾਣੀ 7-8 ਮੇਰੀਆਂ ਕਹਾਣੀਆਂ 'ਤੇ ਨਾਟਕ ਬਣਾਏ ਨੇ ਲੋਕਾਂ ਨੇ, ਖੇਡੇ ਨੇ। ਇੱਕ ਤਰਲੋਚਨ ਨੇ ਲੁਧਿਆਣੇ ਵਾਲੇ, ਉਹਨਾਂ ਨੇ ਵੀ ਰਾਹੂ ਕੇਤੂ 'ਤੇ ਖੇਡਿਆ ਸੀਗਾ, ਅਸੀਂ ਦੇਖ ਕੇ ਆਏ ਸੀ 1 ਮਈ ਵਾਲੀ ਰਾਤ ਨੂੰ ਉੱਥੇ ਲੁਧਿਆਣੇ। ਹੰਸਾ ਸਿੰਘ ਉਹਨਾਂ ਨੇ ਜਿਹੜਾ ਗਦਰੀ ਬਾਬਿਆਂ ਦਾ ਮੇਲਾ ਸੀਗਾ ਹੁੰਦਾ, ਉੱਥੇ ਖੇਡਿਆ ਸੀਗਾ ਫੌਜੀ 'ਤੇ। ਬਹੁਤ ਸਾਰੀਆਂ ਕਹਾਣੀਆਂ ਨੇ ਤੁਹਾਡੀਆਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਚਰਚਾ ਮਟੋਰੀ ਹੈ, ਲੋਕਾਂ ਨੇ ਉਹਨਾਂ ਨੂੰ ਸਰਾਹਿਆ, ਪਰ ਇੱਕ ਕਹਾਣੀ ਜਿਹੜੀ ਹੁਣ ਯੂਨੀਵਰਸਿਟੀ ਦੇ ਸਿਲੇਬਸ ਦੇ ਵਿੱਚ ਵੀ ਖਾਸ ਤੌਰ 'ਤੇ ਪੜ੍ਹਾਈ ਜਾਣ ਲੱਗੀ ਹੈ, ਆਈਆਂ ਹਮੇਸ਼ਾ ਖਾਲੀ ਨਹੀਂ ਹੁੰਦਾ, ਹੈ ਨਾ। ਉਸ ਕਹਾਣੀ ਦੇ ਵਿੱਚ ਤੁਸੀਂ ਅਧਿਆਪਕ ਹੋਣ ਦੇ ਨਾਤੇ ਇੱਕ ਇਹੋ ਜਿਹੇ ਬੱਚੇ ਦੀ ਕਹਾਣੀ ਕਹਿ ਰਹੇ ਹੋ ਕਿ ਹਰ ਇੱਕ ਨੂੰ ਲੱਗਦਾ ਕਿ ਅਧਿਆਪਕ ਨੂੰ ਬੱਚੇ ਨੂੰ ਇੱਕ ਅਲੱਗ ਨਜ਼ਰੀਏ ਨਾਲ ਵੇਖਣਾ ਚਾਹੀਦਾ। ਇਸ ਕਹਾਣੀ ਦੇ ਮਾਧਿਅਮ ਨਾਲ ਤੁਸੀਂ ਹੋਰ ਅਧਿਆਪਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਜਦੋਂ ਤੁਸੀਂ ਕਹਾਣੀ ਪੜ੍ਹਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ
ਹਰ ਸਕੂਲ ਜਾਣ ਵਾਲੇ ਬੱਚੇ 'ਚੋਂ ਤੁਸੀਂ ਸਿਰਫ ਗਿਆਨ ਦੀ ਤਵੱਜੋ ਆ ਜਿਹੜੀ ਉਹ ਨਹੀਂ ਕਰ ਸਕਦੇ ਉਮੀਦ, ਉਹਦੇ ਹੋਰ ਜਿਹੜੇ ਅਲੱਗ-ਅਲੱਗ ਤਰੀਕੇ ਦੇ ਟੈਲੈਂਟ ਨੇ ਉਹ ਇਹ ਕਹਾਣੀ ਸਾਨੂੰ ਸਮਝਾਉਂਦੀ ਹੈ ਨਾ। ਇੱਕ ਕਿਵੇਂ ਇੱਕ ਸ਼ਰਾਰਤੀ ਬੱਚੇ ਨੂੰ ਤੁਸੀਂ ਬਿਲਕੁਲ ਉਹਦੇ ਸੁਭਾਅ ਨਾਲੋਂ ਵੱਖਰਾ ਕਰ ਦਿੰਦੇ ਹੋ। ਕਿਵੇਂ ਇਹ ਕਹਾਣੀ ਦਿਮਾਗ ਦੇ ਵਿੱਚ ਆਈ? ਮੈਂ ਇਹ ਕਹਾਣੀ ਸੀ ਜਿਹੜੀ ਨਾ, ਇਹ ਕਿਉਂਕਿ ਮੈਂ ਬੱਚਿਆਂ ਨਾਲ ਮੇਰਾ ਬਹੁਤ ਨੇੜੇ ਦਾ ਸੰਬੰਧ ਹੈਗਾ ਅਤੇ ਮੈਂ ਪੜ੍ਹਾਉਂਦਾ, ਉਹਦੇ ਕਰਕੇ ਮੈਂ ਉਹ ਅਸਲ ਦੇ ਵਿੱਚ ਕਈ ਬੱਚਿਆਂ ਨੂੰ ਮੈਂ, ਕਿਉਂਕਿ ਮੈਂ ਇੱਕ ਪ੍ਰੋਜੈਕਟ 'ਚ ਲੱਗਿਆ ਹੋਇਆ, ਵੱਖ-ਵੱਖ ਸਕੂਲਾਂ ਜਾਂਦਾ, ਕਈ ਉੱਥੇ ਬੱਚਿਆਂ ਦਾ ਯਾਨੀ ਉਹਨਾਂ ਦੀ ਪੜ੍ਹਾਈ ਦੇ ਲੈਵਲ ਬਾਰੇ ਗੱਲਾਂ ਵੀ ਹੁੰਦੀਆਂ ਨੇ ਅਧਿਆਪਕਾਂ ਨਾਲ। ਉਹ ਕਹਿੰਦੇ ਨਹੀਂ ਇਹ ਡਫਰ ਹੈ, ਇਹਨੂੰ ਕੁਛ ਨਹੀਂ ਆਉਣਾ ਹੈਗਾ, ਪਰ ਇਹ ਨਹੀਂ ਹੁੰਦਾ। ਕੋਈ ਬੱਚਾ ਐਂ ਕੋਰੀ ਸਲੇਟ ਨਹੀਂ ਹੁੰਦਾ, ਉਹਨੂੰ ਉਹਦੇ ਬਹੁਤ ਜਾਣੀ ਕਿਸੇ 'ਚ ਕੋਈ ਗੁਣ ਹੁੰਦਾ, ਕਿਸੇ 'ਚ ਕੋਈ ਹੁੰਦਾ। ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੇ ਬੱਚੇ ਫਸਟ ਆਉਂਦੇ ਹੈਗੇ ਆ ਉਹਨਾਂ ਨੂੰ, ਮੈਨੂੰ ਲੱਗਦਾ ਹੈਗਾ ਜਿਹੜੀ ਮੈਮਰੀ ਹੈਗੀ ਆ ਯਾਦ ਰੱਖਣ ਦੀ ਉਹ ਵਧੀਆ ਹੁੰਦੀ ਹੈ। ਜਿਹੜਾ ਸਾਡਾ ਅੱਜ ਕੱਲ੍ਹ ਦਾ ਸਿਸਟਮ ਹੈਗਾ ਸਿੱਖਿਆ ਦਾ, ਕਿਉਂਕਿ ਜਿਹਦਾ ਰੱਟਾ ਸਿਸਟਮ ਵਧੀਆ ਉਹ ਵਧੀਆ ਨੰਬਰ ਲੈ ਜਾਂਦਾ। ਜਿਹੜੇ ਬੱਚੇ 'ਚ ਜਾਣੀ ਗੱਲ ਭੁੱਲ ਜਾਂਦਾ ਜਾਂ ਕਹਿ ਲਓ ਉਹ ਹੋਰ ਉਹਦੇ 'ਚ 100 ਗੁਣ ਹੋਣ, ਉਹਨੂੰ ਕਹਿੰਦੇ ਆ ਵੀ ਇਹ ਨਲਾਇਕ ਹੀ ਹੈਗਾ ਹੈ ਨਾ। ਪਰ ਮੈਂ ਜਿਵੇਂ ਕਹਿੰਦੇ ਆ ਵੀ ਨਈਆਂ ਖਾਲੀ ਹੁੰਦਾ, ਪਰ ਮੈਂ ਕਹਿੰਦਾ ਵੀ ਉਹ ਖਾਲੀ ਨਹੀਂ ਹੁੰਦਾ, ਉਹਦੇ ਵੀ ਅਰਥ ਨੇ। ਉਹ ਜਦੋਂ ਤੁਸੀਂ ਪੜ੍ਹਦੇ ਹੈਗੇ ਹੋ ਕਈ ਥਾਂ ਕੰਮ ਆਉਂਦਾ ਹੈਗਾ, ਅਤੇ ਉੱਦਾਂ ਹੀ ਹੈਗਾ ਉਹ ਬੱਚੇ ਵੀ ਹੈਗੇ ਆ ਇੱਦਾਂ। ਕੋਈ ਜਾਣੀ ਜਿਹੜੇ ਵੀ ਦੁਨੀਆ 'ਤੇ ਆਏ ਨੇ ਕੋਈ ਵੀ ਉਹਨੂੰ ਕੋਈ ਨਾ ਕੋਈ ਜੇ ਮਾੜੇ ਗੁਣ ਗੱਲਾਂ ਨੇ ਤਾਂ ਚੰਗੀਆਂ ਵੀ ਹੁੰਦੀਆਂ ਨੇ। ਕਹਿੰਦੇ ਆ ਵੀ ਜਦੋਂ ਨਾ ਪਹਿਲਾਂ ਮੈਂ ਕਿਤੇ ਗੱਲ ਸੁਣੀ ਆ ਇਹ ਵੀ ਜਿਹੜੇ ਦੇਵਤੇ ਸੀਗੇ ਉਹ ਆਕਾਸ਼ 'ਚ ਸਵਰਗ 'ਚ ਰਹਿੰਦੇ ਸੀ, ਜਿਹੜੇ ਰਾਖਸ ਸੀਗੇ ਉਹ ਹੇਠਾਂ ਨਰਕ 'ਚ ਰਹਿੰਦੇ ਸੀ। ਪਰ ਜਦੋਂ ਲੜਦੇ ਸੀਗੇ ਉਹ ਧਰਤੀ 'ਤੇ ਆ ਜਾਂਦੇ ਸੀ, ਧਰਤੀ 'ਤੇ ਆ ਕੇ ਲੜਾਈ ਹੁੰਦੀ ਸੀ, ਅਤੇ ਫਿਰ ਉਹ ਜਿਹੜੇ ਸੀਗੇ ਦੋਵੇਂ ਧਰਤੀ 'ਤੇ ਆ ਗਏ ਹੈ ਨਾ। ਫਿਰ ਉਦੋਂ ਬਾਅਦ ਦੋਵੇਂ ਇੱਕ ਪਰਿਵਾਰ 'ਚ ਆ ਗਏ, ਜਿਵੇਂ ਮਹਾਭਾਰਤ 'ਚ ਕਹਿੰਦੇ ਆਪਾਂ ਦੇਖਦੇ ਹੈਗੇ ਹਾਂ। ਹੁਣ ਉਹ ਦੋਵੇਂ ਇੱਕ ਬੰਦੇ 'ਚ ਆ ਗਏ ਹੈ ਨਾ, ਇੱਕੇ ਬੰਦੇ 'ਚ ਉਹ ਦੇਵਤਾ ਵੀ ਆ, ਉਹ 'ਚ ਹੋਰ ਵੀ ਔਗਣ ਵੀ ਨੇ। ਇਹ ਜਿਹੜੀ ਅੱਜ ਦੀ ਕਹਾਣੀ ਹੈਗੀ ਆ ਮੈਨੂੰ ਲੱਗਦਾ ਇਹ ਗੱਲਾਂ ਫੜਦੀ ਆ। ਇਸ ਵਿਸ਼ੇ 'ਤੇ ਮੈਂ ਇੱਕ ਹੋਰ ਕਹਾਣੀ ਵੀ ਲਿਖੀ ਆ, ਹੁਣੀ ਲਿਖੀ ਆ, ਹੁਣ ਉਹ ਸਿਰਜਣਾ 'ਚ ਛਪੂਗੀ, ਜਿਹੜਾ ਅਗਲਾ ਕਿਸੇ ਅੰਕ 'ਚ ਰੇਸ ਲਿਖੀ ਆ ਵੀ ਕਿੱਦਾਂ ਮਾਂ ਪਿਓ ਬੱਚੇ ਨੂੰ ਦਬਾਅ ਪਾਉਂਦੇ ਹੈਗੇ ਆ ਵੀ ਤਾਂ ਆਹੀ ਬਣਨਾ ਹੈਗਾ, ਅਤੇ ਉਹ 'ਤੇ ਕੀ ਹੁੰਦਾ, ਉਹ ਗੱਲਾਂ ਲੈ ਕੇ ਮੈਂ ਕਹਾਣੀ ਲਿਖੀ। ਸਰ ਤੁਹਾਡੇ ਬਾਰੇ ਬਹੁਤ ਚੰਗੀਆਂ ਗੱਲਾਂ ਨੇ, ਜਿਵੇਂ ਕਹਿੰਦੇ ਨੇ ਕਿ ਤੁਸੀਂ ਔਰਤ ਦੀ ਮਾਨਸਿਕਤਾ 'ਤੇ ਬਹੁਤ ਚੰਗੀਆਂ ਕਹਾਣੀਆਂ ਲਿਖੀਆਂ। ਉਹਦੇ 'ਚੋਂ ਮੈਂ ਤੇਰੇ ਬਿਨਾਂ ਵੀ ਇੱਕ ਕਹਾਣੀ ਦਾ ਜ਼ਿਕਰ, ਗੰਦਲਾਂ ਜਿਹੜੀ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਪੜ੍ਹੀ ਜਾ ਰਹੀ ਹੈ ਤੁਹਾਡੀ ਕਹਾਣੀ ਹੈ ਨਾ। ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ, ਪਰ ਇੱਕ ਮੈਨੂੰ ਬਹੁਤ ਚੰਗੀ ਚੀਜ਼ ਤੁਹਾਡੇ ਬਾਰੇ ਪੜ੍ਹਨ ਲਈ ਇਹ ਮਿਲੀ ਵੀ ਤੁਸੀਂ ਗੁਰਪਾਲ ਲਿੱਟ ਹੋਣਾ ਦਾ ਬਹੁਤ ਸਤਿਕਾਰ ਕਰਦੇ ਸੀ। ਚਾਹੇ ਮੈਂ ਤੁਹਾਨੂੰ ਉਹਨਾਂ ਨੂੰ ਤੁਹਾਡੇ ਗੁਰੂ ਕਹਿ ਲਵਾਂ ਜਾਂ ਫਿਰ ਇੱਕ ਬਜ਼ੁਰਗ ਹੋਣ ਦੇ ਨਾਤੇ ਉਹਨਾਂ ਦੀ ਸਾਂਝ ਜਿਹੜੀ ਸੀ ਤੁਹਾਡੇ ਨਾਲ। ਕਿਸੇ ਨੇ ਤੁਹਾਡੇ ਬਾਰੇ ਲਿਖਿਆ ਸੀ, ਕਹਿੰਦੇ ਵੀ ਬਹੁਤ ਗਰਮੀ ਦਾ ਮਹੀਨਾ ਸੀਗਾ ਅਤੇ ਤੁਸੀਂ ਆਪਣੇ ਇੱਕ ਦੋਸਤ ਨੂੰ ਬੁਲਾਇਆ ਕਿ ਘਲਾੜੀ ਚਲਾ ਅਤੇ ਜਿੱਥੋਂ ਮਰਜ਼ੀ ਗੰਨੇ ਲੈ ਕੇ ਆ, ਕਿ ਉਹਨਾਂ ਦੇ ਜਿਹੜੇ ਮਿਸਿਜ਼ ਨੇ ਬਹੁਤ ਬਿਮਾਰ ਨੇ ਅਤੇ ਉਹਨਾਂ ਨੂੰ ਆਪਾਂ ਗੰਨੇ ਦਾ ਜੂਸ ਚਾਹੀਦਾ ਹੈ ਨਾ। ਇਹ ਬਹੁਤ ਚੰਗੀਆਂ ਗੱਲਾਂ ਨੇ ਜਿਹੜੀਆਂ ਬਹੁਤ ਘੱਟ ਲੋਕਾਂ ਕੋਲ ਹੁੰਦੀਆਂ ਨੇ ਆਪਣੇ ਗੁਰੂਆਂ ਬਾਰੇ, ਜਾਂ ਫਿਰ ਜਿਵੇਂ ਵਿਦਿਆਰਥੀਆਂ ਨੂੰ ਦੇਖਣ ਦਾ ਤੁਹਾਡੇ ਕੋਲ ਇੱਕ ਵੱਖਰਾ ਨਜ਼ਰੀਆ। ਤੁਹਾਡੇ ਸੁਭਾਅ ਬਾਰੇ ਬਹੁਤ ਚੰਗੀਆਂ ਗੱਲਾਂ ਲੋਕਾਂ ਤੋਂ ਸੁਣਨ ਨੂੰ ਮਿਲਦੀਆਂ ਨੇ ਕਿ ਤੁਸੀਂ ਨਾ ਕਿਸੇ ਬਾਰੇ ਵੱਧ ਕਰਦੇ ਹੋ, ਨਾ ਕਦੀ ਹੈ ਨਾ ਕਿਸੇ ਵੀ ਮਸਲਿਆਂ ਦੇ ਵਿੱਚ ਤੁਹਾਡਾ ਜ਼ਿਕਰ ਨਹੀਂ ਆਉਂਦਾ। ਮੈਂ ਚਾਹੁੰਦੀ ਹਾਂ ਕਿ ਹਮੇਸ਼ਾ ਤੁਸੀਂ ਵਧੀਆ ਲਿਖੋ, ਸਰੋਤੇ ਤੁਹਾਨੂੰ ਤੁਹਾਡੇ ਪਾਠਕ ਇਸ ਤੋਂ ਵੀ ਜ਼ਿਆਦਾ ਪੜ੍ਹਨ। ਆਉਣ ਵਾਲੇ ਪ੍ਰੋਜੈਕਟ, ਜਿਵੇਂ ਤੁਸੀਂ ਹੁਣ ਗੱਲ ਕੀਤੀ ਹੈ ਕਿ ਮੈਂ ਇੱਕ ਵੱਡੀ ਫਿਲਮ ਵੀ ਲਿਖ ਰਿਹਾ, ਉਹਨੂੰ ਵੀ ਲੋਕ ਛੇਤੀ ਵੇਖਣ, ਅਤੇ ਉਸ ਤੋਂ ਵੱਡੀ ਗੱਲ ਹੈ ਕਿ ਤੁਸੀਂ ਲੇਖਕਾਂ ਨੂੰ ਇੱਕ ਨਵਾਂ ਐਂਗਲ ਦਿਖਾ ਰਹੇ ਹੋ ਕਿ ਲੇਖਕ ਕਦੇ ਵੀ ਜਿਹੜਾ ਭੁੱਖਾ ਨਹੀਂ ਮਰਦਾ, ਉਹਨੂੰ ਮਿਹਨਤ ਦਾ ਮੁੱਲ ਪਵਾਉਣਾ ਆਉਣਾ ਚਾਹੀਦਾ ਹੈ ਨਾ। ਅਤੇ ਰੱਬ ਕਰੇ ਗੀਜਾ ਵੀ ਤੁਹਾਡਾ ਜਿਹੜਾ ਹਮੇਸ਼ਾ ਭਾਰਾ ਹੁੰਦਾ ਰਹੇ। ਬਹੁਤ ਚੰਗੀਆਂ ਗੱਲਾਂ ਕੀਤੀਆਂ ਤੁਸੀਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਰੁਪਿੰਦਰ, ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਚੰਗਾ ਲੱਗਿਆ। ਐਂ ਲੱਗਿਆ ਜਿਵੇਂ ਪਰਿਵਾਰ 'ਚ ਬੈਠ ਕੇ ਕੋਈ ਐ ਇੰਟਰਵਿਊ ਨਾ ਕਰ ਰਹੇ ਹੋਏ, ਗੱਲਾਂ ਹੀ ਕਰ ਰਹੇ ਹੋਈਏ। ਥੈਂਕ ਯੂ, ਬਹੁਤ ਧੰਨਵਾਦ। ਨਹੀਂ, ਪਰ ਇੱਥੇ ਮੈਨੂੰ ਪਰਿਵਾਰ ਵਾਲੀ ਗੱਲ ਇਸ ਲਈ ਨਹੀਂ ਮਹਿਸੂਸ ਹੋਈ ਕਿਉਂਕਿ ਤੁਸੀਂ ਆਪਣੇ ਪਰਿਵਾਰ ਦਾ ਜ਼ਿਕਰ ਨਹੀਂ ਕਰਦੇ ਕਦੀ ਵੀ। ਉਹ ਕਿਤੇ ਅਗਲੀ ਇੰਟਰਵਿਊਆਂ 'ਚ ਕਰਾਂਗੇ। ਨਹੀਂ, ਬਹੁਤ ਬਹੁਤ ਧੰਨਵਾਦ ਸਰ, ਹਮੇਸ਼ਾ ਚੜ੍ਹਦੀ ਕਲਾ 'ਚ ਰਹੋ, ਇਹੀ ਦੁਆਵਾਂ ਨੇ। ਜੀ ਸ਼ੁਕਰੀਆ, ਮਿਹਰਬਾਨੀ।